ਮੀਰਾ ਜੀ ਦਾ ਆਪਣੀ ਮਾਂ ਨੂੰ ਜਵਾਬ, ਮੈਨੂੰ ਲੋੜ ਨਹੀਂ ਮਾਲ ਖਜ਼ਾਨਿਆਂ ਦੀ, ਮੈਨੂੰ ਲੋੜ ਨਹੀਂ ਮਾਲ ਖਜ਼ਾਨਿਆਂ ਦੀ, नहीं तख्ता ताज़ा दिया आसमाए, असी पहन ले मजिठड़ी चोलड़े नी, काशी वाले ते रख विश्वास माहे, मेरा कृष्ण कन्हैया मुरारी ओही, जेनू जपा मैं श्वास श्वास माए, भावें कट देवी बंद बंद मेरा, नहीं भुलना मैनू रविदास माए, नहीं भुलना मैनू रविदास माए। बाणी स्वामी जी महाराज शब्द पांचवा। भजन कर मगन रहो मन में, भजन कर मगन रहो मन में। ये बाणी स्वामी जी महाराज दी है। हजूर स्वामी जी महाराज मगन होने वास्ते दस रहे है, किस काम दे नाल तू मगन हो सकता है, बेफिक्र हो सकता है। दुनिया दे विच असी अनेकां काम करते हैं, बेफिक्र होने वास्ते, चिंता नूं हटाउण वास्ते। कोई बिजनेस करता है, कोई दुकानदारी करता है, कोई खेतीबाड़ी करता है, कोई ना कोई हर बंदा काम करता है, लेकिन साड़ी चिंता मुकदी नहीं, असी मगन नहीं हो सकते। सैंत जो कुछ भी दसते है सही, जो उन्होंने आप किया है कि जब तक तू भजन नहीं करेगा ईश्वर का, तेरे विच कोई विश्वास नहीं, भरोसा नहीं उस मालक ते, ना ही तेरे ते कोई दया हो सकती है, ना ही तू मगन हो सकता है। जिहड़े भजन करते हैं वो मालक ते विश्वास रखते हैं, वो बेफिक्र रहते हैं, उस मालक ते सब कुछ सुट देंदे है कि असी ते तेरे नौकर हैगे हैं, तू करन कारण सब कुछ है, वाधा कर घाटा कर तेरी मर्जी। वो बेफिक्र रहते हैं। वो मालक जमा बार बन जाता है, पर जद असी उहदे ते सुट दईए। कई बार अगे भी दसिया है कि एक माई बुढ़ी फरीद साहब दे बारे फरमाया, छोटा सी फरीद साहब जी, उसकी माता ने कहना बच्चा नवाज पढ़िया कर। माता नूं उसने कहना कि नवाज पढ़िया की मिलता है। हुण उन्होंने पता नहीं सी भी की मिलता है। जद भी उसने कहना नवाज पढ़िया कर, उसने कहना नवाज पढ़िया की मिलता है, तो उन्होंने कोई जवाब नहीं आना। कोई महात्मा शब्द व्यासी मिलिया, उस दे नाल माई ने अर्ज की कि मैं अपने लड़के नूं कहनी है नवाज पढ़न वास्ते, मगर वो मैनू अगू पुछदा है कि नवाज पढ़िया की मिलता है।
ਤੇ ਮੈਨੂੰ ਕੋਈ ਪਤਾ ਨਹੀਂ ਕਿ ਕੀ ਮਿਲਦਾ ਹੈ। ਮਹਾਤਮਾ ਨੇ ਕਿਹਾ, ਮਾਈ ਤੂੰ ਇੱਦਾਂ ਕਰਿਆ ਕਰ, 1 ਟਕੇ ਦੀ ਸ਼ੱਕਰ ਲੈ ਕੇ ਉਹਦੀ ਸਭ ਦੇ ਥੱਲੇ ਰੱਖ ਦਿਆ ਕਰ। ਜਦੋਂ ਵੀ ਤੈਨੂੰ ਕਵੇ ਤੂੰ ਕਹੇ ਕਿ ਬੱਚਾ ਸ਼ੱਕਰ ਮਿਲਦੀ ਹੈ। ਜਦੋਂ ਉਸਨੇ ਨਮਾਜ਼ ਪੜ੍ਹਨੀ, ਸਭ ਪੁੱਟਣੀ, ਥੱਲਿਓਂ ਸ਼ੱਕਰ ਨਿਕਲਣੀ। ਚਸਕਾ ਹੋ ਗਿਆ, ਰੋਜ਼ ਦਾ ਰੋਜ਼ ਉਸ ਨੂੰ ਸ਼ੌਕ ਪੈਦਾ ਹੋ ਗਿਆ। ਕਈ ਦਿਨ ਗੁਜ਼ਰ ਗਏ। ਇੱਕ ਦਿਨ ਮਾਈ ਨੂੰ ਯਾਦ ਨਹੀਂ ਰਿਹਾ ਸ਼ੱਕਰ ਰੱਖਣ ਦਾ। ਜਦੋਂ ਨਮਾਜ਼ ਪੜ੍ਹਨ ਲੱਗ ਪਿਆ ਤੇ ਮਾਈ ਨੂੰ ਯਾਦ ਆਇਆ ਕਿ ਅੱਜ ਮੈਂ ਸ਼ੱਕਰ ਨਹੀਂ ਰੱਖੀ। ਜੇ ਇਸ ਨੂੰ ਸ਼ੱਕਰ ਨਹੀਂ ਮਿਲੀ ਤੇ ਇਸ ਨੇ ਮੁੜ ਕੇ ਨਮਾਜ਼ ਨਹੀਂ ਪੜ੍ਹਨੀ। ਉਸ ਪਰਮਾਤਮਾ ਅੱਗੇ ਬੇਨਤੀਆਂ ਕਰਦੀ ਹੈ ਕਿ ਹੇ ਮਾਲਕ, ਹੁਣ ਤੂੰ ਮੇਰੀ ਇੱਜ਼ਤ ਰੱਖਣੀ ਹੈ। ਜਦੋਂ ਉਸ ਨੇ ਨਮਾਜ਼ ਪੜ੍ਹੀ, ਅੱਗੇ ਵਾਂਗਰੀ ਸਭ ਪੁੱਟ ਕੇ ਦੇਖੀ ਤੇ ਸ਼ੱਕਰ ਪਈ ਸੀ। ਪੁੱਛਿਆ, ਬੇਟਾ ਅੱਜ ਵੀ ਸ਼ੱਕਰ ਮਿਲੀ ਹੈ? ਕਹਿਣ ਲੱਗਾ, ਰੋਜ਼ ਹੀ ਮਿਲਦੀ, ਅੱਜ ਕਿਹੜੀ ਨਵੀਂ ਮਿਲਣੀ ਸੀ, ਅੱਗੇ ਵੀ ਮਿਲਦੀ ਹੈ। ਕਹਿਣ ਲੱਗੀ, ਹੁਣ ਮੇਰੀ ਡਿਊਟੀ ਖਤਮ ਹੋ ਗਈ ਹੈ। ਹੁਣ ਉਸ ਖੁਦਾ ਦੀ ਡਿਊਟੀ ਹੋ ਗਈ ਹੈ, ਪਰਮਾਤਮਾ ਦੀ ਡਿਊਟੀ ਹੋ ਗਈ ਹੈ। ਸੋ ਇਸ ਵਾਸਤੇ ਅਸੀਂ ਮਗਨ ਨਹੀਂ ਰਹਿ ਸਕਦੇ, ਕਿਸੇ ਕੰਮ ਦੇ ਵਿੱਚ ਨਹੀਂ ਮਗਨ ਹੋ ਸਕਦੇ। ਇੱਕ ਸਿਰਫ ਭਜਨ ਦੇ ਵਿੱਚ ਮਗਨ ਹੋ ਸਕਦੇ ਹਾਂ। ਭਜਨ ਕਰਕੇ ਅਸੀਂ ਮਗਨ ਹੋ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ, ਇਹ ਜਵਾਰ ਦਾ ਦਾਣਾ ਜਿਹੜਾ ਲਾਹੌਰ ਦੀ ਕੁਕੜੀ ਨੇ ਖਾਣਾ। ਮਰਦਾਨੇ ਨੇ ਫੜ ਕੇ ਮੂੰਹ 'ਚ ਪਾ ਲਿਆ। ਸੁਰੁੰਡ ਲੱਗਾ, ਉਹ ਦਾਣਾ ਅੰਦਰ ਨਹੀਂ ਗਿਆ, ਕਪਾਲ ਚੜ੍ਹ ਗਿਆ। ਜਦੋਂ ਲਾਹੌਰ ਦੇ ਦੌਰੇ ਗਏ, ਮਰਦਾਨੇ ਨੂੰ ਨੇਸ਼ਾਈ ਦਾਣਾ ਬਾਹਰ ਆ ਗਿਆ। ਗੁਰੂ ਸਾਹਿਬ ਨੇ ਕਿਹਾ, ਮਰਦਾਨਿਆ, ਇਹ ਉਹੋ ਹੀ ਦਾਣਾ ਜਿਹੜਾ ਮੈਂ ਤੈਨੂੰ ਕਿਹਾ ਸੀ ਕਿ ਲਾਹੌਰ ਦੀ ਕੁਕੜੀ ਨੇ ਖਾਣਾ, ਤੂੰ ਕਿੱਦਾਂ ਖਾ ਸਕਦਾ ਇਹ ਜੋ ਕੁਝ ਵੀ ਸੰਤ ਸਾਨੂੰ ਬਾਣੀ ਦੁਆਰੇ ਦੱਸਦੇ ਹੈ, ਸਾਡੇ ਇੱਕ ਵਿਸ਼ਵਾਸ ਨੂੰ ਕਾਇਮ ਕਰਨ ਵਾਸਤੇ ਦੱਸਦੇ। ਜਦ ਸਾਡਾ ਪਰਮਾਤਮਾ 'ਤੇ ਵਿਸ਼ਵਾਸ ਹੋ ਜਾਏਗਾ ਤਾਂ ਅਸੀਂ ਬੇਫਿਕਰ ਹੋ ਸਕਦੇ ਹਾਂ। ਸਾਨੂੰ ਕੋਈ ਚਿੰਤਾ ਨਹੀਂ ਫਿਰ ਰਹਿੰਦੀ। ਸਾਨੂੰ ਪਰਮਾਤਮਾ 'ਤੇ ਵੀ ਵਿਸ਼ਵਾਸ ਨਹੀਂ। ਜਿਸ ਮਾਲਕ ਨੇ ਸਾਨੂੰ ਦੁਨੀਆ 'ਤੇ ਭੇਜਿਆ ਔਰ ਸਭ ਕੁਝ ਰਿਸ਼ਟ ਕਰਕੇ ਭੇਜਿਆ, ਸਾਨੂੰ ਉਹਦੇ 'ਤੇ ਵਿਸ਼ਵਾਸ ਹੀ ਨਹੀਂ। ਬਾਰੋਂ ਬਾਰ ਅਸੀਂ ਉਹੀ ਚੀਜ਼ਾਂ ਮੰਗਦੇ ਹਾਂ। ਅਸੀਂ ਬੇਫਿਕਰ ਹੋ ਹੀ ਨਹੀਂ ਸਕਦੇ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਭਜਨ ਕਰ ਮਗਨ ਰਹੋ ਮਨ ਵਿੱਚ। ਤੂੰ ਭਜਨ ਕਰ, ਬੇਫਿਕਰ ਰਹੋ। ਉਹ ਪਰਮਾਤਮਾ ਸਭ ਕੁਝ ਦੇਣਹਾਰਾ ਹੈ। ਕਈ ਵਾਰ ਇਹ ਸਾਖੀ ਸੁਣਾਈ ਅੱਗੇ ਵੀ ਕਿ ਜੈਦੇਵ ਜੀ ਭਗਤ ਹੋਏ ਹੈ। ਬਹੁਤ ਗਰੀਬ ਸੀ। ਗਰੀਬੀ ਦੀ ਵੀ ਕੋਈ ਹੱਦ ਨਹੀਂ ਹੁੰਦੀ, ਅਮੀਰੀ ਦੀ ਵੀ ਕੋਈ ਹੱਦ ਨਹੀਂ ਹੈ। ਖਾਣ ਪੀਣ ਨੂੰ ਕੁਛ ਨਹੀਂ ਸੀ, ਬਾਲ ਬੱਚੇ ਰੋਂਦੇ ਸਨ। ਜਦ ਸ਼ਾਮ ਦੇ ਵਕਤ ਘਰ ਆਉਣਾ, ਘਰ ਵਾਲੀ ਨੇ ਪੁੱਛਣਾ ਕਿ ਕੀ ਲਿਆਇਓ ਤੁਸੀਂ, ਤਾਂ ਕੁਝ ਵੀ ਨਹੀਂ ਲਿਆਉਣਾ ਕੀ ਸੀ। ਉੱਚੇ ਨੀਵੇਂ ਲਫ਼ਜ਼ ਕਹਿਣੇ ਉਹਨਾਂ ਨੇ। ਇੱਕ ਦਿਨ ਗਰੀਬੀ ਦੀ ਹਾਲਤ ਨਾਲ ਸੋਚਿਆ ਕਿ ਮੈਂ ਕਿਸੇ ਦਰਿਆ ਵਿੱਚ ਛਾਲ ਮਾਰ ਕੇ ਮਰ ਜਾਂਦਾ, ਮਗਰੋਂ ਆਪੇ ਬਾਲ ਬੱਚਾ ਵੀ ਮਰ ਜਾਏਗਾ। ਜਦੋਂ ਘਰੋਂ ਨਿਕਲ ਕੇ ਤੁਰ ਪਿਆ, ਬਾਹਰ ਗਿਆ, ਕੋਈ ਮਹਾਤਮਾ ਮਿਲਿਆ। ਜੈਦੇਵ, ਤੂੰ ਕਿੱਥੇ ਜਾ ਰਿਹਾ ਹੈ? ਕਹਿੰਦੇ, ਜੀ ਮੈਂ ਬਹੁਤ ਦੁਖੀ ਹਾਂ, ਬਹੁਤ ਗਰੀਬੀ ਹੈ, ਮੇਰਾ ਬਾਲ ਬੱਚਾ ਰੋਂਦਾ ਫਿਰਦਾ ਹੈ, ਖਾਣ ਪੀਣ ਨੂੰ ਕੁਛ ਨਹੀਂ, ਮੈਂ ਕਿਸੇ ਦਰਿਆ ਦੇ ਵਿੱਚ ਜਾ ਕੇ ਛਾਲ ਮਾਰ ਕੇ ਮਰ ਜਾਣਾ। ਕਹਿਣ ਲੱਗੇ, ਜੈਦੇਵ, ਇਸ ਤਰ੍ਹਾਂ ਨਹੀਂ ਕਰਨਾ, ਆਤਮਘਾਤੀ ਬਣਨਾ,
ਇੱਕ ਜਨਮ ਤੋਂ ਦੁਖੀ ਹੋ ਕੇ ਕਈ ਜਨਮ ਆਉਣਾ ਪੈਂਦਾ। ਇੱਕ ਜਨਮ ਦੇ ਦੁਖੀ ਹੋ ਕੇ ਐਸਾ ਕਰੇਗਾ ਕਈ ਜਨਮ ਹੋਰ ਆਉਣਾ ਪਏਗਾ ਤੈਨੂੰ। ਤੂੰ ਕੋਈ ਬਿਜ਼ਨਸ ਕਰ, ਮਹਾਰਾਜ ਬਿਜ਼ਨਸ ਵੀ ਪੈਸਿਆਂ ਨਾਲ ਹੀ ਹੁੰਦਾ। ਫਿਰ ਇੱਕ ਬਿਜ਼ਨਸ ਕਰ, ਉਹਦੇ 'ਚ ਕੋਈ ਪੈਸਾ ਨਹੀਂ ਲੱਗਦਾ। ਈਸ਼ਵਰ ਦੀ ਭਗਤੀ ਕਰ। ਮਹਾਰਾਜ ਮੈਨੂੰ ਪਤਾ ਨਹੀਂ ਮੈਂ ਕਿਸ ਤਰ੍ਹਾਂ ਕਰਾਂ। ਉਸ ਮਹਾਤਮਾ ਨੇ ਜੁਗਤੀ ਦੱਸੀ। ਸ਼ਬਦ ਵਿਆਸੀ ਮਹਾਂਪੁਰਖ ਸੀ, ਕਮਾਈ ਵਾਲਾ ਸੀ। ਬਾਹਰ ਜਾ ਕੇ ਕਿਸੇ ਦਰਖਤ ਥੱਲੇ ਬੈਠੇ ਰਹਿਣਾ। ਜਦੋਂ ਘਰ ਆਉਣਾ, ਘਰ ਵਾਲੀ ਨੇ ਪੁੱਛਣਾ ਕਿ ਕੀ ਲਿਆਇਓ? ਕਹਿਣਾ ਕਿ ਮੈਂ ਪਾਤਸ਼ਾਹ ਦੀ ਕਥਾ ਕਰਨ ਵਾਸਤੇ ਜਾਂਦਾ। ਜਦੋਂ ਕਥਾ ਸਮਾਪਤ ਹੋਏਗੀ ਤੇ ਪਾਤਸ਼ਾਹ ਸਾਨੂੰ ਬਹੁਤ ਸਾਰਾ ਧਨ ਦੇਗਾ। ਉਸ ਨਾਲ ਉੱਚੇ ਨੀਵੇਂ ਲਫ਼ਜ਼ ਕਹਿਣੇ, ਤੇਰੀ ਕਥਾ ਪਤਾ ਨਹੀਂ ਕਦੋਂ ਸਮਾਪਤ ਹੋਣੀ ਹੈ। ਬਾਲ ਬੱਚਾ ਸਾਡਾ ਹੁਣ ਭੁੱਖਾ ਮਰ ਰਿਹਾ ਹੈਗਾ। ਪਰ ਉਸਨੇ ਕੋਈ ਪਰਵਾਹ ਨਹੀਂ ਕੀਤੀ। ਰੋਜ਼ਾਨਾ ਬਾਹਰ ਜਾ ਕੇ ਕਿਸੇ ਦਰਖਤ ਥੱਲੇ ਆਪਣਾ ਧਿਆਨ ਲਾਣਾ, ਮੁਰਸ਼ਿਦ ਦੇ ਦੱਸੇ ਹੋਏ ਨਿਯਮ 'ਤੇ ਬੈਠੇ ਰਹਿਣਾ। ਸ਼ਾਮ ਨੂੰ ਘਰ ਆ ਜਾਣਾ। ਕਈ ਵਾਰ ਬੇਇੱਜ਼ਤੀਆਂ ਹੋਈਆਂ, ਕਈ ਕੁਛ ਹੋਇਆ, ਪਰ ਉਸਨੇ ਉਧਰ ਧਿਆਨ ਨਹੀਂ ਦਿੱਤਾ, ਆਪਣਾ ਅੱਡਾ ਨਹੀਂ ਛੱਡਿਆ। ਇੱਕ ਦਿਨ ਉਸ ਪਰਮਾਤਮਾ ਨੇ ਪਾਤਸ਼ਾਹ ਦੇ ਨਫਰ ਬਣਾਏ, ਗੱਡੇ ਲੱਦੇ ਧਨ ਪਦਾਰਥ ਦੇ। ਆ ਕੇ ਪੁੱਛਿਆ ਕਿ ਜੈਦੇਵ ਦਾ ਘਰ ਇਹੋ ਹੀ ਹੈ? ਸੋ ਜਿਸ ਤਰ੍ਹਾਂ ਅੱਗੇ ਜਿਸ ਮੂੰਹ ਨਾਲ ਬੋਲਦੀ ਸੀ, ਗੁੱਸੇ ਨਾਲ ਉਸੇ ਤਰ੍ਹਾਂ ਬੋਲੀ, ਇਹੋ ਹੀ ਹੈ। ਕਿੱਥੇ ਗਿਆ? ਪਤਾ ਨਹੀਂ ਕਿੱਥੇ ਗਿਆ। ਇਹ ਥੋੜ੍ਹਾ ਜਿਹਾ ਸਮਾਨ ਪਾਤਸ਼ਾਹ ਨੇ ਭੇਜਿਆ, ਇਹ ਤੁਸੀਂ ਅੰਦਰ ਰੱਖ ਲਓ, ਅਤੇ ਜਦੋਂ ਕਥਾ ਸਮਾਪਤ ਹੋਏਗੀ ਫਿਰ ਹੋਰ ਧਨ ਦੇਗਾ ਪਾਤਸ਼ਾਹ। ਜਿੱਥੇ ਗੱਡੇ ਲੱਦੇ ਚਲਾ ਗਏ, ਅੰਦਰ ਭਰਿਆ ਗਿਆ, ਹਰ ਇੱਕ ਚੀਜ਼ ਵਾਧੂ ਹੋ ਗਈ। ਜਦੋਂ ਸ਼ਾਮ ਦੇ ਵਕਤ ਜੈਦੇਵ ਜੀ ਆਏ, ਕਹਿਣ ਲੱਗੀ, ਸਵਾਮੀ ਜੀ ਮੈਂ ਤੁਹਾਨੂੰ ਬਹੁਤ ਵਾਰ ਉੱਚੇ ਨੀਵੇਂ ਲਫ਼ਜ਼ ਕਹੇ ਹੈ, ਤੁਸੀਂ ਮੈਨੂੰ ਮਾਫੀ ਦੇ ਦਿਓ। ਤੁਸੀਂ ਸੱਚ ਕਹਿੰਦੇ ਸੀ ਕਿ ਮੈਂ ਪਾਤਸ਼ਾਹ ਦੀ ਕਥਾ ਕਰਨ ਵਾਸਤੇ ਜਾਂਦਾ, ਲੇਕਿਨ ਮੈਂ ਮੰਨਦੀ ਨਹੀਂ ਸੀ। ਇਹ ਪਾਤਸ਼ਾਹ ਦੇ ਨਫਰ ਆਏ ਹੈ, ਗੱਡੇ ਲੱਦ ਕੇ ਲਿਆਏ। ਹੁਣ ਸਾਡੇ ਕੋਲ ਇਹ ਸਮਾਨ ਜਿਹੜਾ ਮੁੱਕ ਨਹੀਂ ਸਕਦਾ, ਸਾਡੇ ਅੰਦਰ ਭਰਿਆ ਗਿਆ, ਹਰ ਚੀਜ਼ ਸਾਡੇ ਪਾਸ ਵਾਧੂ ਹੈ। ਤੁਸੀਂ ਸੱਚ ਕਹਿੰਦੇ ਸੀ, ਮੈਂ ਮੰਨਦੀ ਨਹੀਂ ਸੀ। ਜੈਦੇਵ ਜੀ ਚੁੱਪ ਕਰ ਗਏ। ਚੁੱਪ ਕਰਕੇ ਸੋਚੀ ਪੈ ਗਏ ਕਿ ਕਿਹੜਾ ਪਾਤਸ਼ਾਹ ਆਇਆ, ਕਿਹੜੇ ਪਾਤਸ਼ਾਹ ਦੇ ਨਫਰ ਆਏ। ਮੈਂ ਜਿਸ ਦੀ ਤਪੱਸਿਆ ਕਰ ਰਿਹਾ ਉਹੀ ਪਾਤਸ਼ਾਹ ਆਇਆ। ਉਸੇ ਨੇ ਆਪਣੇ ਨਫਰ ਬਣਾ ਕੇ ਭੇਜੇ ਹੈਗੇ। ਸੋ ਭਾਈ, ਜਦ ਤੱਕ ਅਸੀਂ ਉਸ ਮਾਲਕ ਦੀ ਭਗਤੀ ਨਹੀਂ ਕਰਦੇ, ਨਿਸਕਾਮ ਹੋ ਕੇ, ਬੇਫਿਕਰ ਹੋ ਕੇ, ਤੋ ਮਾਲਕ ਨੂੰ ਵੀ ਸਾਡਾ ਕੋਈ ਫਿਕਰ ਨਹੀਂ ਹੁੰਦਾ। ਇੱਕ ਫਕੀਰ ਨੇ ਲਿਖਿਆ ਹੈ, ਸੀਨ ਸੁਣੋ ਲੋਕੋ ਕਿਸੇ ਆਸ਼ਿਕਾਂ ਦੇ, ਜਿਨ੍ਹਾਂ ਰੱਬ ਦੇ ਨਾਮ 'ਤੇ ਜਾਣ ਵਾਰੀ, ਰੱਬ ਜਦ ਕਦ ਉਹਨਾਂ ਨੂੰ ਬਖਸ਼ਦਾ ਹੈ, ਦੁੱਖ ਦੇ ਕੇ ਸੁੱਖ ਦੀ ਕਰੇ ਕਾਰੀ। ਕਾਦਰ ਯਾਰ ਜੇ ਉਸ ਦੇ ਹੋ ਰਹੀਏ, ਸ਼ਰਮ ਪੈਂਦੀ ਉਸ ਨੂੰ ਬੜੀ ਭਾਰੀ। ਅਸੀਂ ਉਸ ਦੇ ਬਣਦੇ ਨਹੀਂ। ਅਗਰ ਉਸ ਦੇ ਬਣ ਜਾਈਏ ਤਾਂ ਉਸ ਨੂੰ ਜ਼ਰੂਰ ਸਾਡੀ ਸ਼ਰਮਾ ਹੈਗੀ, ਸਾਡੀ ਜ਼ਰੂਰ ਸ਼ਰਮਾ ਪੈ ਜਾਏਗੀ। ਉਹ ਜ਼ਰੂਰ ਸਾਡੇ ਕੰਮ ਕਰੇਗਾ। ਪਰਮਾਤਮਾ ਦੀ ਭਗਤੀ ਦੇ ਵਿੱਚ ਬਹੁਤ ਕੁਛ ਹੈ, ਜੋ ਕੁਛ ਦੁਨੀਆ ਦੇ ਵਿੱਚ ਨਹੀਂ ਬਣ ਸਕਦਾ, ਨਹੀਂ ਮਿਲ ਸਕਦਾ, ਉਹ ਈਸ਼ਵਰ ਦੀ ਭਗਤੀ 'ਚੋਂ ਮਿਲ ਸਕਦਾ ਹੈ। ਕਈ ਵਾਰ ਅੱਗੇ ਵੀ ਕਿਹਾ ਕਿ ਜਿਹੜਾ ਧਰੂ ਭਗਤ ਹੋਇਆ ਉਹ ਕਿਸ ਤਰ੍ਹਾਂ ਹੋਇਆ। ਧਰੂ ਭਗਤ ਜਿਹੜਾ ਸੀ ਉਹ ਛੋਟਾ ਬੱਚਾ ਸੀ ਕਿ ਇੱਕ ਦਿਨ ਆਪਣੀ ਮਾਤਾ ਦੇ ਪਿਤਾ ਦੀ ਗੋਦ ਵਿੱਚ ਬੈਠਾ ਸੀ।
ਉਹਦੀ ਮਤਰੇਈ ਮਾਤਾ ਆਈ, ਉਸਨੇ ਬਾਂਹ ਫੜ ਕੇ ਬਾਹਰ ਕੱਢ ਦਿੱਤਾ ਕਿ ਤੇਰਾ ਕੋਈ ਹੱਕ ਨਹੀਂ ਇੱਥੇ ਬਹਿਣਾ। ਉਹ ਰੋਂਦਾ ਰੋਂਦਾ ਆਪਣੀ ਮਾਤਾ ਪਾਸ ਚਲਾ ਗਿਆ। ਮਾਤਾ ਪਾਸ ਚਲਾ ਗਿਆ ਤੇ ਮਾਤਾ ਨੂੰ ਕਹਿੰਦਾ, ਮਾਤਾ ਤੂੰ ਇਹ ਰਾਣੀ ਇਹਨਾਂ ਦੀ ਕਿ ਜਾਂ ਨੌਕਰਾਣੀ? ਉਹਦੇ ਨਾਲ ਪੁੱਛਿਆ ਕੀ ਗੱਲ ਹੈ? ਕਹਿੰਦਾ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਸੀ, ਮੇਰੀ ਮਤਰੇਈ ਮਾਤਾ ਨੇ ਮੈਨੂੰ ਬਾਂਹ ਫੜ ਕੇ ਬਾਹਰ ਕੱਢ ਦਿੱਤਾ ਕਿ ਤੇਰਾ ਕੋਈ ਹੱਕ ਨਹੀਂ। ਕੀ ਮੇਰਾ ਕੋਈ ਹੱਕ ਨਹੀਂ ਇੱਥੇ? ਉਸਨੇ ਸਹਿਬ ਸੁਭਾ ਕਿਹਾ ਕਿ ਬੇਟਾ, ਇਹਨਾਂ ਚੀਜ਼ਾਂ ਨੂੰ ਲੈਣ ਵਾਸਤੇ ਬੜੀ ਤਪੱਸਿਆ ਦੀ ਜ਼ਰੂਰਤ ਹੈ, ਬੜੇ ਅੱਛੇ ਕਰਮਾਂ ਦੀ ਜ਼ਰੂਰਤ ਹੈ। ਛੋਟਾ ਬੱਚਾ ਸੀ, ਦਿਲ 'ਚ ਗੱਲ ਬੈਠ ਗਈ ਕਿ ਵਾਕਿਆ ਹੀ ਅੱਛਾ ਕੰਮ ਕਰਨਾ ਚਾਹੀਦਾ ਹੈ। ਤੋ ਅੱਛਾ ਕੰਮ ਸਭ ਤੋਂ ਈਸ਼ਵਰ ਦੀ ਭਗਤੀ ਹੈ। ਛੋਟੀ ਉਮਰ ਵਿੱਚ ਹੀ ਘਰੋਂ ਨਿਕਲ ਤੁਰਿਆ, ਕਿਸੇ ਜੰਗਲ ਵਿੱਚ ਜਾ ਕੇ ਤਪੱਸਿਆ ਕਰਦੇ ਹਨ। ਸ਼ਹਿਰ ਵਿੱਚ ਰੌਲਾ ਪੈ ਗਿਆ, ਇੱਕੋ ਇੱਕ ਲੜਕਾ ਸੀ। ਪਾਤਸ਼ਾਹ ਨੇ ਤਮਾਮ ਕਰਮਚਾਰੀ ਜਿਤਨੇ ਸੀ ਸਾਰਿਆਂ ਨੂੰ ਹੁਕਮ ਦੇ ਦਿੱਤਾ ਕਿ ਧਰੂ ਨੂੰ ਲੱਭੋ। ਕੋਈ ਕਿਸੇ ਪਾਸੇ ਚਲਾ ਗਿਆ, ਕੋਈ ਕਿਸੇ ਪਾਸੇ ਚਲਾ ਗਿਆ, ਪਰ ਧਰੂ ਮਿਲਿਆ ਨਹੀਂ। ਇੱਥੋਂ ਤੱਕ ਫਿਰ ਪਾਤਸ਼ਾਹ ਨੇ ਕਹਿ ਦਿੱਤਾ ਕਿ ਜਾਓ, ਕੋਈ ਵੀ ਲੱਭੋ ਤੇ ਲਿਆਓ ਉਸ ਨੂੰ, ਮੈਂ ਅੱਧਾ ਰਾਜ ਦੇ ਦਿਆਂਗਾ। ਕਿਸੇ ਨੇ ਜਾ ਕੇ ਜੰਗਲ ਦੇ ਵਿੱਚ ਧਰੂ ਨੂੰ ਲੱਭਾ ਜਾਂਦਿਆਂ ਨੂੰ ਤੇ ਕਿਹਾ ਕਿ ਤੇਰਾ ਪਿਤਾ ਤੈਨੂੰ ਅੱਜ ਅੱਧਾ ਰਾਜ ਦਿੰਦਾ ਹੈ, ਤੂੰ ਆਪਣੇ ਰਾਜ ਮਹੱਲਾਂ 'ਚ ਚੱਲ। ਧਰੂ ਨੇ ਸੋਚਿਆ ਇਹ ਕੀ ਬਣਿਆ, ਮੈਂ ਤੇ ਅਜੇ ਘਰੋਂ ਪਰਮਾਤਮਾ ਦੀ ਭਗਤੀ ਵਾਸਤੇ ਤੁਰਿਆ, ਉਹਦੇ ਨਾਂ 'ਤੇ ਤੁਰਨ ਵਾਸਤੇ ਹੀ ਮੈਨੂੰ ਅੱਧਾ ਰਾਜ ਮਿਲਦੇ ਆ, ਜਿਹੜੇ ਮੈਨੂੰ ਕੋਲ ਨਹੀਂ ਸੀ ਬਹਿਣ ਦਿੰਦੇ, ਅੱਜ ਅੱਧਾ ਰਾਜ ਦੇਣ ਰਹੇ ਹੈ। ਕਹਿਣ ਲੱਗਾ ਮੈਂ ਨਹੀਂ ਜਾਣਾ, ਮੈਂ ਈਸ਼ਵਰ ਦੀ ਭਗਤੀ ਕਰਨੀ, ਮੈਂ ਬੰਦਗੀ ਕਰਨੀ ਹੈ। ਚਲਾ ਗਿਆ ਕਿਸੇ ਗਾੜੇ ਜੰਗਲ ਦੇ ਵਿੱਚ, ਪਰ ਇਹ ਗੱਲ ਜਾਰੀ ਰਹੀ ਕਿ ਧਰੂ ਨੂੰ ਲੱਭੋ। ਕਹਿੰਦੇ ਇੱਥੋਂ ਤੱਕ ਫਿਰ ਪਾਤਸ਼ਾਹ ਨੇ ਕਹਿ ਦਿੱਤਾ ਕੋਈ ਵੀ ਧਰੂ ਨੂੰ ਲੱਭ ਕੇ ਲਿਆਓ, ਮੈਂ ਸਾਰਾ ਹੀ ਰਾਜ ਦੇ ਦਿਆਂਗਾ। ਦੇਖੋ ਬੰਦਗੀ ਦਾ ਸਦਕਾ, ਮੈਂ ਸਾਰਾ ਹੀ ਰਾਜ ਦੇ ਦਿਆਂਗਾ। ਕਿਸੇ ਨੇ ਜਾ ਕੇ ਬੜੀ ਮੁਸ਼ਕਿਲ ਨਾਲ ਜੰਗਲ ਲੱਭਾ, ਕਿਹਾ ਕਿ ਤੇਰਾ ਪਿਤਾ ਤੈਨੂੰ ਸਾਰਾ ਰਾਜ ਦਿੰਦਾ ਹੈ, ਤੂੰ ਹੁਣ ਆਪਣੇ ਰਾਜ ਮਹੱਲਾਂ 'ਚ ਚੱਲ। ਉਸ ਵਕਤ ਧਰੂ ਭਗਤ ਆਪਣੇ ਰਾਜ ਮਹੱਲਾਂ ਵਿੱਚ ਆਇਆ ਔਰ ਉਸ ਜ਼ਮਾਨੇ ਵਿੱਚ 36,000 ਸਾਲ ਧਰੂ ਭਗਤ ਨੇ ਰਾਜ ਕੀਤਾ ਤੇ ਇਹੀ ਸੋਚਿਆ ਕਿ ਈਸ਼ਵਰ ਦੀ ਭਗਤੀ ਦੇ ਵਿੱਚ ਬਹੁਤ ਕੁਛ ਹੈ, ਬੜੀ ਸ਼ਕਤੀ ਹੈ, ਬੜਾ ਜਣੇ ਇਹਦੇ ਵਿੱਚ ਦਾਤ ਹੈਗੀ ਹੈ। ਜਿਹੜੇ ਮੈਨੂੰ ਪਾਸ ਨਹੀਂ ਸੀ ਬੈਠਣ ਦਿੰਦੇ, ਅੱਜ ਮੈਨੂੰ ਸਾਰਾ ਹੀ ਰਾਜ ਦੇ ਦਿੱਤਾ। ਇਹ ਸਭ ਉਸ ਮਾਲਕ ਦੀ ਮੌਜ। ਭਾਈ ਈਸ਼ਵਰ ਦੀ ਭਗਤੀ ਜਿਹੜੀ ਹੈ ਇਹਦੇ ਵਿੱਚ ਬਹੁਤ ਕੁਛ, ਜਿਹਨਾਂ ਪਿੱਛੇ ਕੀਤੀਆਂ ਨੇ, ਤੁਸੀਂ ਉਹਨਾਂ ਦੀਆਂ ਬਾਣੀਆਂ ਪੜ੍ਹੋ। ਕੀ ਉਹ ਕੋਈ ਭੁੱਖੇ ਰਹੇ ਹੈ? ਉਹ ਨੰਗੇ ਰਹੇ ਹੈ? ਉਹ ਹਜ਼ਾਰਾਂ ਦੇ ਦਾਤੇ ਬਣ ਗਏ, ਲੱਖਾਂ ਦੇ ਦਾਤੇ ਬਣ ਗਏ। ਲੱਖਾਂ ਜੀਵ ਉਹਨਾਂ ਦੇ ਲੰਗਰਾਂ 'ਚ ਰੋਟੀਆਂ ਖਾਂਦੇ ਹੈ, ਉਹਨਾਂ ਦੇ ਨਾਂ 'ਤੇ ਲੱਖਾਂ ਜੀਵ ਪਲ ਰਹੇ ਹੈ, ਉਹਨਾਂ ਦੇ ਦੁਆਰੇ ਲੂਲੇ ਲੰਗੜੇ ਕਾਣੇ। ਇਸ ਵਾਸਤੇ ਅਸੀਂ ਮਗਨ ਨਹੀਂ ਰਹਿ ਸਕਦੇ ਹੋਰ ਕਿਸੇ ਕੰਮ ਦੇ ਨਾਲ। ਜੋ ਕੋਈ ਸਵਾਮੀ ਜੀ ਮਹਾਰਾਜ ਬਾਣੀ 'ਚ ਦੱਸ ਰਿਹਾ ਹੈ ਕਿ ਮਗਨ ਰਹੋ, ਭਜਨ ਕਰ ਮਗਨ ਰਹੋ ਮਨ ਮੇਂ। ਭਜਨ ਕੀਤਿਆਂ ਹੀ ਇਹ ਮਗਨ ਰਹਿ ਸਕਦਾ ਹੈ, ਬੇਫਿਕਰ ਰਹਿ ਸਕਦਾ ਹੈ, ਪਰਮਾਤਮਾ 'ਤੇ ਵਿਸ਼ਵਾਸ ਰੱਖ ਸਕਦਾ ਹੈ। ਬਗੈਰ ਭਜਨ ਦੇ ਈਸ਼ਵਰ 'ਤੇ ਕੋਈ ਵਿਸ਼ਵਾਸ ਨਹੀਂ ਅਸੀਂ ਰੱਖਦੇ, ਈਸ਼ਵਰ 'ਤੇ ਵੀ ਕੋਈ ਵਿਸ਼ਵਾਸ ਨਹੀਂ ਰੱਖਦੇ ਅਸੀਂ। ਜਿਸ ਨੇ ਸਾਨੂੰ ਦੁਨੀਆ 'ਚ ਭੇਜਿਆ
ਉਹਨੇ ਸਾਨੂੰ ਐਵੇਂ ਨਹੀਂ ਭੇਜਿਆ। ਸਾਡੀ ਪ੍ਰਲਭ ਜਿਹੜੀ ਹੈ ਪਹਿਲਾਂ ਹੀ ਬਣੀ ਹੈ, ਸਭ ਕੁਝ ਲਿਖ ਕੇ ਭੇਜਿਆ ਉਸਨੇ, ਲੇਕਿਨ ਸਾਨੂੰ ਕੋਈ ਵਿਸ਼ਵਾਸ ਨਹੀਂ। ਦੇਖ ਲਓ ਦੁਨੀਆ 'ਚ ਕੀ ਹੋ ਰਿਹਾ ਹੈਗਾ। ਜੋ ਕੋਈ स्वामी जी महाराज बाणी जी फरमा रहे ठीक फरमा रहे हैं। हाँ जी, भजन कर मगन रहो मन में, जो जो चोर भजन के प्राणी, सो सो दुख सहे। ਕਿਸੇ ਦਾ ਨਾਂ ਸੰਤ ਨਹੀਂ ਲੈਂਦੇ। ਜੋ ਲਫ਼ਜ਼ ਜਿਹੜਾ ਇਹ ਮੁਸ਼ਤਰਕਾ ਲਫ਼ਜ਼ ਹੈ। ਹਰ ਇੱਕ ਚੋਰੀ ਜਿਹੜੀ ਹੈ, ਕਿਸੇ ਦੀ ਵੀ ਚੋਰੀ ਹੋਏਗੀ ਫਿਰ ਉਹ ਘਾਟਾ ਪੂਰਾ ਹੋ ਸਕਦਾ ਹੈ, ਲੇਕਿਨ ਜਿਹੜੀ ਈਸ਼ਵਰ ਦੇ ਨਾਮ ਦੀ ਚੋਰੀ ਹੈ ਇਹਦਾ ਘਾਟਾ ਨਹੀਂ ਪੂਰਾ ਹੋ ਸਕਦਾ। ਹਜ਼ੂਰ ਇੱਕ ਚੋਰ ਦੀ ਕਈ ਵਾਰ ਸਾਖੀ ਸੁਣਾਉਂਦੇ ਹੁੰਦੇ ਸੀ ਕਿ ਚੋਰ ਚੋਰੀ ਕਰਨ ਵਾਸਤੇ ਗਿਆ, ਆਪਣੇ ਲੜਕੇ ਨੂੰ ਨਾਲ ਲੈ ਗਿਆ। ਦੂਰੋਂ ਦੱਸਿਆ ਉਹ ਜਿਸ ਘਰ ਦੀਵਾ ਜਗ ਰਿਹਾ ਹੈ, ਮੈਂ 7 ਵਾਰ ਉਸ ਘਰ 'ਚ ਚੋਰੀ ਕੀਤੀ ਹੈ। ਲੜਕੇ ਨੇ ਕਿਹਾ, ਪਿਤਾ ਜੀ ਤੁਸੀਂ 7 ਵਾਰ ਉਸ ਘਰ ਨੂੰ ਲੁੱਟਿਆ ਹੈ ਅਤੇ ਉੱਥੇ ਫਿਰ ਵੀ ਦੀਵਾ ਜਗ ਰਿਹਾ ਹੈ, ਅਤੇ ਸਾਡੇ ਘਰ 'ਤੇ ਦੀਵਾ ਹੈ ਹੀ ਨਹੀਂ, ਸਾਡੇ 'ਤੇ ਦੀਵਾ ਹੀ ਨਹੀਂ। ਇਹਦਾ ਮਤਲਬ ਹੈ ਕਿ ਇਸ ਕੰਮ ਵਿੱਚ ਕੋਈ ਬਰਕਤ ਨਹੀਂ ਹੈ। ਉੱਥੋਂ ਹੀ ਗਿਆਨ ਹੋ ਗਿਆ ਉਸ ਲੜਕੀ ਨੂੰ, ਵਾਪਸ ਮੁੜਾਇਆ ਕਿ ਮੈਂ ਚੋਰੀ ਨਹੀਂ ਕਰਨੀ, ਮੈਂ ਚੋਰੀ ਨਹੀਂ ਕਰਨੀ, ਮਿਹਨਤ ਕਰਕੇ ਖਾਵਾਂਗਾ। ਇਸ ਵਾਸਤੇ ਕਿ ਦੁਨੀਆ ਦੇ ਘਾਟੇ ਆਦਿ ਜਿਹੜੇ ਆ ਸਭ ਪੂਰੇ ਹੋ ਜਾਂਦੇ ਆ, ਲੇਕਿਨ ਜਿਹੜਾ ਸਾਡਾ ਵਕਤ ਲੰਘ ਜਾਣਾ ਹੈ ਇਸ ਤਰ੍ਹਾਂ ਬਗੈਰ ਈਸ਼ਵਰ ਦੀ ਭਗਤੀ ਦੇ, ਉਹ ਵਕਤ ਸਾਨੂੰ ਮਿਲਣਾ ਨਹੀਂ। ਜਿਹੜੀ ਰਾਤ ਲੰਘ ਜਾਣੀ ਆ ਮੁੜ ਕੇ ਰਾਤ ਨਹੀਂ ਆਉਣੀ, ਜਿਹੜਾ ਦਿਨ ਲੰਘ ਜਾਣਾ ਮੁੜ ਕੇ ਦਿਨ ਨਹੀਂ ਆਉਣਾ। ਜਿਹੜੇ ਸਵਾਸ ਸਾਡੇ ਚਲਾ ਜਾਣੇ ਆ ਉਹ ਸਵਾਸ ਸਾਡੇ ਹੱਥ ਨਹੀਂ ਆਉਣੇ ਮੁੜ ਕੇ, ਉਹ ਚਲਾ ਗਿਆ, ਮੁੱਕ ਗਿਆ, ਉਹ ਸਾਨੂੰ ਘਾਟਾ ਪੈ ਗਿਆ। ਇਸੇ ਵਾਸਤੇ ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਆ, ਸਾਸ ਗਰਾਸ ਨਾ ਬਿਸਰੇ। ਐ ਪੁਰਸ਼ ਸਾਹ ਲੈਂਦਿਆਂ ਵੀ ਤੈਨੂੰ ਬਿਸਰਨਾ ਨਹੀਂ ਚਾਹੀਦਾ, ਖਾਂਦਿਆਂ ਪੀਂਦਿਆਂ ਵੀ ਨਹੀਂ ਬਿਸਰਨਾ ਚਾਹੀਦਾ, ਸੌਂਦਿਆਂ ਉੱਠਦਿਆਂ ਬਹਿੰਦਿਆਂ ਵੀ ਨਹੀਂ ਬਿਸਰਨਾ ਚਾਹੀਦਾ। ਹਾਂਜੀ, ਜੋ ਜੋ ਚੋਰ ਭਜਨ ਕੇ ਪ੍ਰਾਣੀ, ਸੋ ਸੋ ਦੁਖ ਸहे। आलस नींद सतावे उनको, नित नित भरम बहे। ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਕੁਝ ਸਮਝਦੇ ਨਹੀਂ ਬਿਮਾਰੀਆਂ ਨੂੰ, ਉਹ ਸਾਨੂੰ ਬਿਮਾਰੀਆਂ ਦੱਸ ਰਹੇ ਹੈ, ਉਹ ਦੁੱਖ ਸਾਨੂੰ ਦੱਸ ਰਹੇ ਹੈ ਕਿ ਜਿਹੜੇ ਭਜਨ ਦੇ ਚੋਰ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਬਿਮਾਰੀ ਕਿਹੜੀ ਲੱਗਦੀ ਹੈ? ਆਲਸ ਔਰ ਨੀਂਦਰ, ਅਤੇ ਭਰਮ ਪੈ ਜਾਂਦਾ ਹੈ ਵਿੱਚ। ਆਲਸ ਨੀਂਦਰਾ ਜਿਹੜਾ ਹੈ ਇਹ ਵੀ ਇੱਕ ਬਹੁਤ ਬੜੀ ਬਿਮਾਰੀ ਹੈ। ਇਸ ਬਿਮਾਰੀ ਕਾਰਨ ਅਸੀਂ ਕਈ ਵਾਰ ਭਜਨ ਨਹੀਂ ਵੀ ਕਰਦੇ। ਦਿਲ ਕਰਦਾ ਹੈ ਵਕਤ ਪਰ ਉੱਠ ਵੀ ਬਹਿੰਦਾ ਹੈ ਬੰਦਾ, ਫਿਰ ਮਨ ਇਸ ਨੂੰ ਪੁੱਠਾ ਸੁੱਟ ਲੈਂਦਾ ਹੈ, ਕੋਈ ਗੱਲ ਨਹੀਂ ਅਜੇ ਰਾਤ ਬੜੀ ਹੈ, ਤੂੰ ਸੌਂ ਲੈ ਅਜੇ, ਫਿਰ ਭਜਨ ਕਰ ਲਈ। ਬਸ ਇੱਕ ਵਾਰ ਪੁੱਠਾ ਸੁੱਟ ਲਿਆ, ਫਿਰ ਉੱਠਣ ਨਹੀਂ ਦਿੱਤਾ, ਰਾਤ ਲੰਘ ਗਈ। ਜਿਹੜੇ ਗੁਰਮੁਖ ਨੇ ਜੋ ਨਾਮ ਜਪਦੇ ਹੈ, ਉਹ ਨਹੀਂ ਦਿਖਦੇ ਰਾਤ ਬੜੀ ਹੈ ਜਾਂ ਥੋੜ੍ਹੀ ਹੈ, ਜਿਸ ਲਈ ਵੀ ਟਾਈਮ ਲੱਗੇ ਉਹ ਲਾ ਲੈਂਦੇ। ਉਹ ਵਸਾ ਨਹੀਂ ਖਾਂਦੇ ਇਸ ਮਨ ਦਾ, ਉਹ ਨਹੀਂ ਖਾਂਦੇ ਵਸਾ। ਜੇ ਅਸੀਂ ਕੋਈ ਗਲਤੀ ਕੀਤੀ ਜਾਂ ਇਹਦੀ ਗੱਲ ਮੰਨੀ ਤਾਂ ਪਤਾ ਨਹੀਂ ਇਹਨੇ ਸਾਡੇ ਨਾਲ ਕੀ ਕਰਨਾ ਹੈਗਾ। ਜਿਹੜਾ ਵਕਤ ਆਇਆ ਉਸ ਨੂੰ, ਵਕਤ ਨੂੰ ਉਸ ਪਰਮਾਤਮਾ ਦੀ ਤਰਫ ਲੰਘਾਈ। ਇਹ ਸਾਡੇ ਵਿੱਚ ਬੜੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਨੇ ਉਹ स्वामी जी महाराज दस रहे हैं। हाँ जी,
आलस नींद सतावे उनको नित नित भरम बहे। ਨੁਕਸ ਸਾਡੇ ਆਪਣੇ ਵਿੱਚ ਹੋਣਾ, ਕੱਢਣਾ ਜਾ ਕੇ ਸਾਧ ਸੰਗਤ ਵਿੱਚ, ਮੁਰਸ਼ਿਦ ਵਿੱਚ। ਲੜਾਈ ਸਾਡੇ ਘਰ ਦੀ ਹੈਗੀ, ਰੋਸਾ ਅਸੀਂ ਸੰਗਤ ਨਾਲ ਰਹਿਣਾ। ਇਹ ਸਾਰਾ ਭਰਮ ਪੈ ਜਾਂਦਾ ਹੈ, ਇਹ ਸਾਰੇ ਮਨ ਦੀਆਂ ਗੱਲਾਂ ਹੈਗੀਆਂ। ਹਾਂਜੀ। काम क्रोध के धक्के खावे लोभ नदी में डूब मरे। ਬਗੈਰ ਭਜਨ ਦੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਕਾਮ ਕ੍ਰੋਧ ਕੇ ਧੱਕੇ ਖਾਵੇ। ਭਾਈ ਜਿਸ ਨੂੰ ਵੀ ਇਹ ਧੱਕਾ ਵੱਜ ਗਿਆ ਉਹ ਨਹੀਂ ਜਿੰਦਾ ਰਹਿ ਸਕਦਾ। ਕੋਈ ਵੀ ਧੱਕਾ ਵੱਜ ਜਾਂਦਾ, ਕਿਸੇ ਨੂੰ ਡਿੱਗ ਪੈਂਦਾ ਹੈ, ਕੀ ਪਤਾ ਉਹਦੀ ਬਾਂਹ ਟੁੱਟ ਜਾਣੀ ਹੈ, ਲੱਤ ਟੁੱਟ ਜਾਣੀ ਹੈ, ਸਿਰ ਪਾੜ ਜਾਣਾ। ਜਿਸ ਨੂੰ ਕਾਮ ਦਾ ਧੱਕਾ ਲੱਗ ਗਿਆ ਜ਼ਿੰਦਗੀ ਬਰਬਾਦ ਹੋ ਗਈ। 88,000 ਵਰਸ ਤਪੱਸਿਆ ਰਿਸ਼ੀ ਨੇ ਕੀਤੀ, ਇਹ ਧੱਕਾ ਲੱਗ ਗਿਆ। 88,000 ਵਰਸ ਦੀ ਤਪੱਸਿਆ ਜਿਹੜੀ ਬਰਬਾਦ ਹੋ ਗਈ। ਜੋ ਕੁਛ ਵੀ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਨੇ, ਇਹ ਸਾਡੀਆਂ ਬਿਮਾਰੀਆਂ ਦੱਸ ਰਹੇ ਨੇ ਕਿ ਬਗੈਰ ਭਜਨ ਦੇ ਕਿਹੜੀ ਕਿਹੜੀ ਬਿਮਾਰੀ, ਕਿਹੜੇ ਕਿਹੜੇ ਦੁੱਖ ਤੈਨੂੰ ਆ ਰਹੇ ਨੇ, ਜਿਨ੍ਹਾਂ ਨੂੰ ਅਸੀਂ ਦੁੱਖ ਸਮਝਦੇ ਨਹੀਂ, ਉਹ ਸੰਤ ਸਾਨੂੰ ਦੱਸ ਰਹੇ ਹੈ। ਹਾਂਜੀ। काम क्रोध के धक्के खावे लोभ नदी में डूब मरे। गुर संग प्रीत करे नहीं पूरी नाम ना डोर गहे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਸਤਿਗੁਰ ਦੇ ਨਾਲ ਪੂਰੀ ਪ੍ਰੀਤੀ ਨਹੀਂ ਕਰਦਾ ਔਰ ਨਾਮ ਇਹ ਜਪਦਾ ਨਹੀਂ। ਨਾਮ ਕਿਸ ਤਰ੍ਹਾਂ ਜਪੇ? ਪਿਆਰ ਕਰੇ ਤੋ ਨਾਮ ਜਪੇ। ਜਦੋਂ ਇਹਦਾ ਪਿਆਰ ਹੀ ਨਹੀਂ, ਨਾਮ ਕਾਹਦਾ ਜਪਣਾ ਇਸ ਨੇ? ਸਭ ਬਿਮਾਰੀਆਂ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਭਾਈ ਇਹ ਸਾਰੀਆਂ ਬਿਮਾਰੀਆਂ ਨੇ, ਇਹ ਸਾਰੇ ਦੁੱਖ ਨੇ ਬਗੈਰ ਬੰਦਗੀ ਦੇ। ਹਾਂਜੀ। गुर संग प्रीत करे नहीं पूरी नाम ना डोर गहे। तृष्णा अगन जले निस्बासर नरकन माहे पड़े। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਹਮੇਸ਼ਾ ਵਾਸਤੇ ਇਹਨੂੰ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਔਰ ਜਿਹੜੀ ਤ੍ਰਿਸ਼ਨਾ ਉਹ ਅਗਨ ਹੈ। ਹਰ ਬੰਦਾ ਤ੍ਰਿਸ਼ਨਾ ਦੇ ਵਿੱਚ ਸੜ ਰਿਹਾ ਹੈ। ਕਿਸੇ ਦੀ ਵੀ ਤ੍ਰਿਸ਼ਨਾ ਜਿਹੜੀ ਆ ਉਹ ਮੁੱਕ ਨਹੀਂ ਸਕਦੀ, ਜੋ ਮਰਜ਼ੀ ਹੋਵੇ, ਚਾਹੇ ਸਾਰੇ ਮੁਲਕ ਦਾ ਰਾਜਾ ਪਾਤਸ਼ਾਹ ਬਣ ਜਾਏ, ਲੇਕਿਨ ਇਹਦੀ ਤ੍ਰਿਸ਼ਨਾ ਨਹੀਂ ਜਾ ਸਕਦੀ। ਇਹ ਤ੍ਰਿਸ਼ਨਾ ਜਾਵੇ ਕਿਸੇ ਦੀ, ਤੇ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਇੱਕ ਰਾਜ ਨੇ ਦੂਸਰੇ ਰਾਜ 'ਤੇ ਹਮਲਾ ਕਰਦਾ ਹੈ, ਕਿਸ ਵਾਸਤੇ ਕਰਦਾ ਹੈ? ਕੀ ਜ਼ਰੂਰਤ ਹੈ? ਕੀ ਉਹਦਾ ਆਪਣੇ ਰਾਜ 'ਚ ਗੁਜ਼ਾਰਾ ਨਹੀਂ ਹੁੰਦਾ? ਇੱਕ ਦੂਸਰੇ ਦੀਆਂ ਵੱਟਾਂ ਪੁੱਟਦਾ ਹੈ ਬੰਦਾ ਜਾ ਕੇ, ਕੀ ਉਹਦਾ ਆਪਣੀ ਜ਼ਮੀਨ 'ਚ ਗੁਜ਼ਾਰਾ ਨਹੀਂ ਹੁੰਦਾ? ਇੱਕ ਦੂਸਰੇ ਦੀ ਚੋਰੀ ਚੀਜ਼ ਚਰਾਉਂਦਾ ਹੈ, ਧੱਕਾ ਕਰਦਾ ਹੈ, ਕੀ ਉਹਨੂੰ ਆਪਣੀ ਕਮਾਈ 'ਤੇ ਗੁਜ਼ਾਰਾ ਨਹੀਂ ਹੋ ਸਕਦਾ? ਲੇਕਿਨ ਇਹ ਤ੍ਰਿਸ਼ਨਾ ਦੇ ਵਿੱਚ ਜੀਵ ਸੜ ਰਿਹਾ, ਹਰ ਇੱਕ ਸੜ ਰਿਹਾ, ਗਰੀਬ ਅਮੀਰ। ਇਹ ਸਿਰਫ ਗਰੀਬ ਅਮੀਰੀ ਦਾ, ਗਰੀਬੀ ਦਾ ਨਹੀਂ ਮਤਲਬ, ਇਹ ਅਰਬਾਂ ਪਤੀ ਵੀ ਸੜ ਰਹੇ ਨੇ। ਹਾਲੇ ਆਪਣੇ ਇੰਡੀਆ ਦੇ ਵਿੱਚ ਯੂਪੀ 'ਚ ਕ੍ਰੈਸ਼ਰ ਲਾ ਰਹੇ ਨੇ, ਉਹ ਰਿਸ਼ਤੇਦਾਰ ਹੀ ਆਪੋ ਵਿੱਚ, ਦੋਏ ਆਪੋ ਵਿੱਚ ਰਿਸ਼ਤੇਦਾਰ ਜਿਹੜੇ ਅੱਡੋ ਅੱਡੀ ਕ੍ਰੈਸ਼ਰ ਲਾ ਰਹੇ। ਜੇ ਇੱਕ ਜ਼ਮੀਨ ਦਾ 10 ਲੱਖ ਦਿੰਦਾ ਤੇ ਦੂਜਾ 15 ਦਾ ਕਿਆ ਹੁੰਦਾ? ਹੋਰ ਕੈਂਸਲ ਕਰਾਉਣ ਵਾਸਤੇ ਆਪੋ ਵਿੱਚ ਇੱਕ ਦੋਏ ਲੱਗੇ ਆਲੇ ਰਿਸ਼ਤੇਦਾਰ ਸਨ। ਇੱਕ ਬੀਬੀ ਪਈ, ਉਸਨੇ ਲੈ ਲਈ ਜ਼ਮੀਨ ਖੁੱਲੀ, ਆਪਣੇ ਚੰਗੇ ਪੈਸੇ ਦੇ ਕੇ 150 ਕਰੋੜ ਰੁਪਇਆ ਉਹ ਕ੍ਰੈਸ਼ਰ 'ਤੇ ਲਾਉਣਾ। 150 ਕਰੋੜ
ਥੋੜ੍ਹਾ ਹੁੰਦਾ ਕਿਤੇ, ਪੈਸੇ ਜੇ ਕੋਠੇ ਪਰ ਹੁੰਦੇ ਆ ਲੈ ਲਿਆ ਹੁਣ। ਦੂਜੇ ਉਹ ਤਾਂ ਬੰਦ ਕਰਾਉਣਗੇ, ਲਾਏ ਗਏ, ਲੈ ਗਈ ਉਹ ਖੁੱਲ੍ਹੇ ਪੈਸੇ ਦੇ ਕੇ। ਰਿਸ਼ਤੇਦਾਰੀ ਆਪੋ ਵਿੱਚ ਤ੍ਰਿਸ਼ਨਾ ਜਿਹੜੀ ਲੱਗੀ ਬੰਦੇ, ਕੀ ਦੱਸੋ ਕੀ ਬੰਦਾ ਉੱਥੇ ਕਰੇਗਾ। ਬਗੈਰ ਬੰਦਗੀ ਦੇ ਯਕੀਨ ਨਹੀਂ, ਵਿਸ਼ਵਾਸ ਨਹੀਂ, ਉਹ ਤ੍ਰਿਸ਼ਨਾ ਅਗਨ ਦੇ ਵਿੱਚ ਅਸੀਂ ਸਾਰੇ ਸੜ ਰਹੇ ਹਾਂ, ਕਿਸੇ ਦੀ ਪੂਰੀ ਨਹੀਂ ਹੋ ਰਹੀ। ਹਾਂਜੀ। ਤ੍ਰਿਸ਼ਨਾ ਅਗਨ ਜਲੇ ਨਿਸਬਾਸਰ, ਨਰਕਨ ਮਾਹੇ ਪੜੇ, ਸੰਤਨ ਸਾਥ ਵਿਰੋਧ ਬੜਾਵੇ, ਉਲਟੀ ਬਾਤ ਕਹੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਅਤੇ ਸੰਤਾਂ ਦੇ ਨਾਲ ਇਹ ਵਿਰੋਧ ਕਰਦਾ ਹੈ, ਉਲਟੀਆਂ ਫੁਲਟੀਆਂ ਗੱਲਾਂ ਕਰਦਾ ਹੈ। ਇਹ ਨਹੀਂ ਵੀ ਬਿਮਾਰੀ ਮੈਨੂੰ ਲੱਗੀ ਹੈ, ਮੈਂ ਆਪਣੀ ਬਿਮਾਰੀ ਦਾ ਇਲਾਜ ਕਰਾਂ, ਉਹਦੇ 'ਚ ਸੰਤਾਂ ਦਾ ਕੀ ਕਸੂਰ ਹੈ। ਅਸੀਂ ਸੰਤਾਂ ਦੇ ਨਾਲ ਝਗੜੇ ਕਰਦੇ ਹਾਂ, ਬਦਨਾਮੀਆਂ ਕਰਦੇ ਹਾਂ, ਔਰ ਕਈ ਤਰ੍ਹਾਂ ਦੇ ਅਸੀਂ ਉੱਚੇ ਨੀਵੇਂ ਲਫ਼ਜ਼ ਕਹਿੰਦੇ ਹਾਂ, ਸਾਨੂੰ ਹੋਰ ਬਿਮਾਰੀ ਵੱਧ ਜਾਂਦੀ। ਬਜਾਏ ਬਿਮਾਰੀ ਨੂੰ ਕੱਟਣ ਵਾਸਤੇ ਜਦੋਂ ਅਸੀਂ ਸੰਤਾਂ ਨਾਲ ਵਿਰੋਧਾ ਕਰਦੇ ਹਾਂ, ਸਾਡੀ ਬਿਮਾਰੀ ਹੋਰ ਵੱਧ ਜਾਂਦੀ ਹੈ। ਹਾਂਜੀ। ਸੰਤਨ ਸਾਥ ਵਿਰੋਧ ਬੜਾਵੇ, ਉਲਟੀ ਬਾਤ ਕਹੇ, ਸਤ ਸੰਗ ਮਹਿਮਾ ਮੂਲ ਨਾ ਜਾਣੇ, ਭੇਡ ਚਾਲ ਮੇ ਨਿਤ ਪਚੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਸਤਸੰਗ ਦੀ ਮਹਿਮਾ ਨੂੰ ਜਾਣਦਾ ਨਹੀਂ। ਭੇਡ ਚਾਲ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਇੱਕ ਭੇਡ ਪਹਾੜ ਤੋਂ ਡਿੱਗੀ, ਸਾਰੀਆਂ ਹੀ ਡਿੱਗ ਪਈਆਂ ਕਿ ਅਸੀਂ ਕੀ ਕਰਨਾ ਪਿੱਛੇ ਰਹਿ ਕੇ। ਇਹ ਹਾਲਤ ਸਾਡੀ ਹੈ। ਸਾਨੂੰ ਇਹ ਨਹੀਂ ਪਤਾ ਸਤਸੰਗ ਕਹਿੰਦੇ ਕਿਹਨੂੰ ਨੇ। ਅਸੀਂ ਭੇਡ ਚਾਲ ਦੀ ਤਰ੍ਹਾਂ ਤੁਰ ਪੈਂਦੇ ਹੈਗੇ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ। ਸਤ ਸੰਗ ਮਹਿਮਾ ਮੂਲ ਨਾ ਜਾਣੇ, ਭੇਡ ਚਾਲ ਮੇ ਨਿਤ ਪਚੇ, ਤਾਨੇ ਔਰ ਮਾਨ ਭੋਗ ਰਸ ਚਾਹੇ, रोग सोग में आन फसे। ਸਤ ਸੰਗ ਦੇ ਵਿੱਚ ਆ ਕੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਮੰਗਦੇ ਹਾਂ ਜੋ ਬਾਣੀ 'ਚ ਦੱਸ ਰਹੇ। ਅਸੀਂ ਇਹਨਾਂ ਬਿਮਾਰੀਆਂ ਨੂੰ ਮੰਗਦੇ ਹਾਂ, ਅਸੀਂ ਉਹ ਚੀਜ਼ ਨਹੀਂ ਮੰਗਦੇ ਜਿਸ ਨੇ ਸਾਨੂੰ ਸੁੱਖ ਦੇਣਾ ਹੈ। ਫਕੀਰ ਜਿਹੜੇ ਨਾਮ ਜਪਦੇ ਹੈ ਉਹ ਨਹੀਂ ਕੁਝ ਮੰਗਦੇ, ਉਸ ਆਪਣੇ ਮਾਲਕ ਦਾ ਦੀਦਾਰ ਮੰਗਦੇ ਹੈ, ਪਿਆਰ ਮੰਗਦੇ ਹੈ। ਮਹਾਰਾਜ ਚੌਥੀ ਪਾਤਸ਼ਾਹੀ ਨੇ ਬਾਣੀ 'ਚ ਫਰਮਾਇਆ ਹੈ, ਰਾਮਾ ਹਮ ਦਾਸਨ ਦਾਸ ਕਰੀਜੇ। ਐ ਰਾਮ ਮੈਨੂੰ ਆਪਣੇ ਪਿਆਰਿਆਂ ਦਾ ਪਿਆਰਾ ਬਣਾ ਦੇ, ਮੈਂ ਹੋਰ ਕੁਝ ਨਹੀਂ ਮੰਗਦਾ। ਅਸੀਂ ਕੀ ਮੰਗਦੇ ਹਾਂ ਅੱਗੇ ਕਿ ਸਾਡੀ ਇੱਜ਼ਤ ਮਾਣ ਹੋਵੇ, ਸਾਨੂੰ ਧਨ ਪਦਾਰਥ ਮਿਲ ਜਾਏ, ਸਾਨੂੰ ਹੋਰ ਕੁਝ ਬੜਾ ਕੋਈ ਕਵੇ, ਇਹ ਚੀਜ਼ਾਂ ਅਸੀਂ ਮੰਗਦੇ ਹੈਗੇ। ਪਰ ਇਹ ਝੂਠਾ ਬਾਤਲ ਪਾਣੀ ਹੈ, ਜਿੰਨਾ ਮਰਜ਼ੀ ਪੀ ਜਾਓ ਪਿਆਸ ਨਹੀਂ ਜਾਏਗੀ। ਸੱਚੀ ਇੱਜ਼ਤ ਸੱਚਾ ਮਾਣ ਜਿਹੜਾ ਹੈ ਉਹ ਈਸ਼ਵਰ ਦੀ ਭਗਤੀ ਹੈ। ਅੱਜ ਤੱਕ ਜਿਹਨਾਂ ਮਹਾਂਪੁਰਖਾਂ ਨੇ, ਰਿਸ਼ੀਆਂ ਮੁਨੀਆਂ ਨੇ, ਹੌਲੀਏ ਪਕੰਬਰ ਆਏ ਦੁਨੀਆ 'ਤੇ, ਜਿਹਨਾਂ ਈਸ਼ਵਰ ਦੀ ਭਗਤੀ ਕੀਤੀ ਹੈ, ਕਿਆ ਉਹਨਾਂ ਦੀ ਇੱਜ਼ਤ ਨਹੀਂ ਹੋਈ ਹੈ? ਉਹਨਾਂ ਨੂੰ ਮਾਣ ਨਹੀਂ ਮਿਲਿਆ, ਉਹ ਸੱਚਾ ਮਾਣ ਮਿਲਿਆ, ਸੱਚੀ ਇੱਜ਼ਤ ਮਿਲੀ, ਜਿਹੜੀ ਜਾਂ ਤੱਕ ਦੁਨੀਆ ਰਹੇਗੀ ਉਹਨਾਂ ਦੀ ਇੱਜ਼ਤ ਹੁੰਦੀ ਰਹੇਗੀ। ਅਸੀਂ ਝੂਠੀ ਇੱਜ਼ਤ ਦੇ ਮਗਰ ਪੈਂਦੇ ਹਾਂ, ਇਹ ਮਿਲਦੀ ਹੈ ਔਰ ਸਾਡੇ ਕੋਲੋਂ ਚਲਾ ਜਾਂਦੀ ਹੈ, ਸਾਨੂੰ ਜ਼ਿੰਦਗੀ ਦਾ ਰੋਗ ਲਾ ਕੇ ਚਲਾ ਜਾਂਦੀ ਹੈ। ਅਸੀਂ ਉਸੇ ਚੀਜ਼ ਨੂੰ ਰੋਂਦੇ ਰਹਿੰਦੇ ਹੈਗੇ। ਹਾਂਜੀ। ताने और मान भोग रस चाहे,
रोग सोग में आन फसे पागहीन मतहीन परानी नर देही बर्बाद करे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਭਾਗਹੀਨ ਮਤਹੀਨ ਪਰਾਨੀ ਨਰ ਦੇਹੀ ਬਰਬਾਦ ਕਰੇ। ਇਹਦੇ ਭਾਗ ਹੀਣੇ ਹੋ ਗਏ, ਮਤ ਵੀ ਹੀਣੀ ਹੋ ਗਈ। ਇਸ ਮਨੁੱਖਾ ਜਨਮ ਦਾ ਕੋਈ ਫਾਇਦਾ ਨਹੀਂ ਲਿਆ ਸੀ। ਇਹਦਾ ਮਨੁੱਖਾ ਜਨਮ ਐਵੇਂ ਚਲਾ ਗਿਆ, ਜਿਹੜਾ ਇਸ ਨੂੰ ਇੱਕ ਹੀਰਾ ਜਨਮ ਮਿਲਿਆ ਸੀ, ਬੜਾ ਅੱਛਾ ਜਨਮ ਮਿਲਿਆ ਸੀ, ਲੇਕਿਨ ਇਹਨੂੰ ਬਰਬਾਦੀ ਕਰ ਦਿੱਤੀ। ਇਸੇ ਵਾਸਤੇ ਦਾਦੂ ਸਾਹਿਬ ਨੇ ਫਕੀਰ ਸਭ ਕੁਝ ਹੁੰਦਿਆਂ ਹੋਈ ਵੀ ਮਾਣ ਨਹੀਂ ਕਰਦੇ, ਉਹ ਪਰਮਾਤਮਾ ਪਾਸੋਂ ਦਇਆ ਹੀ ਮੰਗਦੇ ਹੈ। ਦਾਦੂ ਸਾਹਿਬ ਨੇ ਬਾਣੀ 'ਚ ਫਰਮਾਇਆ, ਕਿਆ ਮੁਖਲੇ ਹੰਸੀਏ ਦਾਦੂ ਦੀ ਜੇ ਰੋਏ ਜਨਮ ਅਮੋਲਕ ਆਪਣਾ ਚੱਲੇ ਅਕਾਰਤ ਖੋਏ। ਦਾਦੂ ਸਾਹਿਬ ਜੀ ਫਰਮਾਉਂਦੇ ਆ, ਕਿਹੜੇ ਮੂੰਹ ਦੇ ਨਾਲ ਅਸੀਂ ਹੱਸੀਏ, ਕੋਈ ਅਸੀਂ ਚੰਗਾ ਕੰਮ ਨਹੀਂ ਕੀਤਾ, ਹੱਸਣ ਵਾਲਾ ਕੋਈ ਕੰਮ ਨਹੀਂ ਕੀਤਾ। ਇਹ ਜਨਮ ਅਮੋਲਕ ਸੀ, ਲੇਕਿਨ ਅਸੀਂ ਇਸ ਨੂੰ ਐਵੇਂ ਖੋ ਕੇ ਚੱਲੇ। ਅਫਸੋਸ ਕੀਤਾ ਆਪਣੀ ਜ਼ਿੰਦਗੀ ਦਾ। ਹਾਲੀ ਉਹ ਬੜੇ ਮਹਾਂਪੁਰਖ ਸਨ, ਬੜੇ ਸਹਾਰਨ ਸ਼ਕਤੀ ਦੇ ਮਾਲਕ ਸਨ, ਲੇਕਿਨ ਸੰਤਾਂ ਦੀ ਬਾਣੀ ਜਿਹੜੀ ਹੈ ਉਹ ਜੋ ਕੁਛ ਵੀ ਕਹਿੰਦੇ ਆ ਉਹ ਸਾਨੂੰ ਅਗਲੇ ਸਮੇਂ ਆਉਣ ਵਾਲੇ ਨੂੰ ਸਮਝਾਉਣ ਵਾਸਤੇ ਕਹਿੰਦੇ। ਉਹ ਸਾਨੂੰ ਸਮਝਾ ਰਹੇ ਹੈ ਕਿ ਭਾਈ ਇਸ ਜਨਮ ਨੂੰ ਐਵੇਂ ਨਾ ਖੋਵੋ। ਇਹ ਜਨਮ ਜਿਹੜਾ ਬੜਾ ਮੁਸ਼ਕਲ ਮਿਲਿਆ ਹੈ, ਇਹ ਬਾਰੰਬਾਰ ਨਹੀਂ ਮਿਲਣਾ। ਪੌੜੀ ਛੁੜਕੀ ਹੱਥ ਨਾ ਆਵੇ, ਆਲਾ ਜਨਮ ਗਵਾਇਆ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਮਨੁੱਖਾ ਜਨਮ ਦੀ ਪੌੜੀ ਛੁੱਟ ਜਾਏਗੀ, ਫਿਰ ਤੇਰੇ ਹੱਥ ਨਹੀਂ ਆਏਗੀ। ਇਹ ਆਲਾ ਜਨਮ ਤੇਰਾ ਐਵੇਂ ਚਲਾ ਜਾਏਗਾ, ਇਹ ਬਾਰ ਨਹੀਂ ਤੈਨੂੰ ਮਿਲੇਗਾ। ਲੇਕਿਨ ਸਾਨੂੰ ਕੋਈ ਕਦਰ ਨਹੀਂ ਇਹਦਾ। ਮਹਾਰਾਜ ਜੀ ਤੀਸਰੀ ਪਾਤਸ਼ਾਹੀ ਇਸੇ ਵਾਸਤੇ ਫਰਮਾਇਆ ਹੈ, ਤੰਦਾ ਤਾਵਤ ਦਿਨ ਗਿਆ ਰਾਤ ਗਵਾਈ ਸੋਏ। ਮਹਾਰਾਜ ਤੀਸਰੀ ਪਾਤਸ਼ਾਹੀ ਨੇ ਸਿਰਫ ਪਾਣੀ ਢੋਣ ਦੀ ਸੇਵਾ ਨਹੀਂ ਕੀਤੀ, ਉਹ ਲੰਗਰ ਦੀ ਵੀ ਸੇਵਾ ਕਰਦੇ ਰਹੇ ਆ, ਭਾਂਡੇ ਵੀ ਮਾਂਜਦੇ ਰਹੇ ਆ, ਲੰਗਰ ਵੀ ਖਵਾਉਂਦੇ ਰਹੇ ਸੰਗਤ ਨੂੰ, ਹੋਰ ਵੀ ਕੰਮ ਕਰਦੇ ਰਹੇ ਆ। ਸਿਰਫ ਪਾਣੀ ਨਹੀਂ, ਫਿਰ ਭਜਨ ਵੀ ਕਰਦੇ ਰਹੇ। ਤੰਦਾ ਤਾਵਤ ਦਿਨ ਗਿਆ ਰਾਤ ਗਵਾਈ ਸੋਏ। ਇਹ ਸਾਡੀ ਹਾਲਤ ਦੱਸੀ ਹੈ ਕਿ ਦੁਨੀਆ ਦੇ ਧੰਦਿਆਂ 'ਚ ਸਾਡਾ ਦਿਨ ਲੰਘ ਗਿਆ ਅਤੇ ਰਾਤ ਸਾਡੀ ਸੌਂ ਕੇ ਲੰਘ ਗਈ। ਕੁੱਤੇ ਵੇਲੇ ਵੀ ਸੌਂ ਗਏ, ਪਸ਼ੂ ਵੀ ਸੌਂ ਗਏ, ਪਰਿੰਦੇ ਵੀ ਸੌਂ ਗਏ, ਕੀੜੇ ਮਕੌੜੇ ਵੀ ਸੌਂ ਗਏ, ਅਸੀਂ ਵੀ ਨਾਲ ਹੀ ਸੌਂ ਗਏ। ਅਸੀਂ ਬੜੇ ਕਿਸ ਤਰ੍ਹਾਂ ਬਣ ਸਕਦੇ ਹਾਂ? ਬੜੇ ਹੋਣ ਦਾ ਸਾਡਾ ਤਰੀਕਾ ਕੀ ਹੈ? ਕੀ ਕੰਮ ਕੀਤਾ ਅਸੀਂ ਬੜੇ ਹੋਣ ਦਾ? ਸਾਡਾ ਫਰਜ਼ ਹੈ ਕਿ ਅਸੀਂ ਰਾਤ ਦੇ ਸਮੇਂ ਜਾਗੀਏ, ਜਾਗ ਕੇ ਉਸ ਪਰਮਾਤਮਾ ਦਾ ਧਿਆਨ ਧਰੀਏ। ਜੋ ਮੁਰਸ਼ਿਦ ਨੇ ਦੱਸਿਆ ਹੈ ਉਹਦੇ ਮੁਤਾਬਕ ਅਸੀਂ ਅੰਦਰ ਧਿਆਨ ਧਰੀਏ ਅਤੇ ਉਸ ਮਾਲਕ ਦਾ ਸਿਮਰਨ ਕਰੀਏ ਜੋ ਵੀ ਮੁਰਸ਼ਿਦ ਨੇ ਦੱਸਿਆ, ਤਾਂ ਕਿ ਸਾਡੀ ਰਾਤ ਵੀ ਕਿਸੇ ਥਾਂ ਪੈ ਜਾਏ, ਕਿਤੇ ਲਿਖਤ ਵਿੱਚ ਆ ਜਾਏ। ਦਿਨ ਤੋਂ ਸਾਡਾ ਚਲਾ ਗਿਆ, ਰਾਤ ਵੀ ਸਾਡੀ ਚਲਾ ਗਈ। ਜੇ ਪਸ਼ੂ ਸੌਂ ਗਏ ਤਾਂ ਅਸੀਂ ਵੀ ਸੌਂ ਗਏ, ਅਸੀਂ ਵੀ ਪਸ਼ੂ ਬਣ ਗਏ। ਕੁੱਤੇ ਬਿੱਲੇ ਸੌਂ ਗਏ, ਅਸੀਂ ਵੀ ਸੌਂ ਗਏ। ਜਿਹੜਾ ਸੌਂ ਗਿਆ ਪਹਿਲਵਾਨ ਵੀ ਸੌਂ ਗਿਆ, ਮਾੜਾ ਵੀ ਸੌਂ ਗਿਆ। ਜਿਹੜਾ ਸੌਂ ਹੀ ਗਿਆ ਉਹਦੇ ਵਿੱਚ ਰਿਹਾ ਕੀ ਪਿੱਛੇ? ਇਸ ਵਾਸਤੇ ਜੋ ਕੁਛ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ ਕਿ ਮਨੁੱਖਾ ਜਨਮ ਜਿਹੜਾ ਅਸੀਂ ਇਹਦਾ ਕੋਈ ਕਦਰ ਨਹੀਂ ਪਾਇਆ। ਜਿਹਨਾਂ ਫਕੀਰਾਂ ਨੇ ਇਹਦਾ ਕਦਰ ਪਾਇਆ, ਔਖੇ ਸੌਖੇ ਦੁਖੀ ਹੋ ਕੇ ਵੀ ਜਿਸ ਤਰ੍ਹਾਂ ਵੀ ਮਰਜ਼ੀ ਹੈ, ਉਹਨਾਂ ਈਸ਼ਵਰ ਦਾ ਨਾਮ ਨਹੀਂ ਛੱਡਿਆ, ਉਹਨਾਂ ਸਾਧ ਸੰਗਤ ਦਾ ਪਿਆਰ ਨਹੀਂ ਛੱਡਿਆ। ਹਰ ਚੀਜ਼ ਮਿਲ ਜਾਂਦੀ ਹੈ, ਪਿਆਰ ਨਹੀਂ ਮਿਲ ਸਕਦਾ। ਇੱਕ ਵਾਰੀ ਤਾਰ ਟੁੱਟ ਜਾਏਗੀ, ਮੁੜ ਕੇ ਗੰਢੀ ਨਹੀਂ ਜਾਏਗੀ। ਹਾਂਜੀ। ਭਾਗਹੀਨ ਮਤਹੀਨ ਪਰਾਨੀ ਨਰ ਦੇਹੀ ਬਰਬਾਦ ਕਰੇ।
ऐसी दशा माहे नित बरते हम क्यों कर समझाए सके। बड़े अफसोस के नाल स्वामी जी महाराज फरमा रहे हैं कि ऐसी दशा जिस जीव की है असी किस तरह समझाइए, उसनों किस तरीके नाल असी समझाइए। भाई जिसने नहीं समझना उसने समझना ही नहीं। मुहम्मद साहब का चाचा अबू जेल होया, सारी दुनिया ने उसनों पैगंबर समझिया, लेकिन उसने नहीं समझा। उसने नहीं समझा कि पैगंबर है। अपनी शक्ति नाल उसने उपरले देशों के सैर भी कराए, लेकिन की किया कि तू जादूगर है। फिर भी उन्होंने जादूगर किया, पैगंबर नहीं समझा। इस वास्ते फरीद साहब ने बाणी च फरमाया है, ऐ फरीद जिसनों परमात्मा ने पिछों ही वर्ग लाया है, पिछला ही जिसनों लगा है, वो अगे कद समझ सकता है, अगे किस तरह समझ सकता है। जिहड़े पिछों किसी साध संगत विच चली आउंदे तुरे आउंदे है, काम अपना मुकाउंदे आउंदे है, अगे उन्होंने फायदा हो जाता है। वो मनुष्य जन्म का फायदा ले लेंदे है। कई बार दसिया कि फरीद साहब जी जंगल विच तपस्या कर रहे सन, तो चिड़िया ने कोल आके रौला पाया। तपस्या जिहड़ी एक जन्म दे विच प्रगट होनी है, वो एक जन्म दी नहीं होंदी, कई जन्म पिछे भी काम चलता आउंदा। नेक पाक काम करते आउंदे तां जाके एक जन्म दे विच आके प्रगट होंदी है। जदों रौला पाया ध्यान ना लगे, फरीद साहब ने गुस्से नाल किया, तुसीं मरदियां नहीं, चिड़ियाँ मर गई। सोचा की बनया है। फिर क्या, उड़ जाओ, तो चिड़ियाँ उड़ गई। सोचा मेरा योग पूरा हो गया, मेरी तपस्या जिहड़ी पूरी हो गई है। आलिए तपस्या नहीं, तपस्या बहुत अगे है। आ रहा सी घर नूं, एक पिंड दे बाहर खूह सी, नौजवान लड़की नवे कपड़े ब्याह दे लगे, पानी कढ़ कढ़ के रोड़ रही सी थले। जाके कहंदा बीबी मैनू पानी पिला, पर उसने उधर ध्यान नहीं दिता। वो पानी का लोटा कढ़े ते थले सुट दे। गुस्से नाल कहंदा तू मैनू पानी नहीं पिलाउंदी, थले रुड़ी जांदी है। उसने कहा बाबा इन्ना गुस्से ना हो, इत्थे चिड़ियाँ नहीं जड़ियाँ मार देनियां ने, चिड़ियाँ नहीं जड़ियाँ मार देनियां ने, ठहर जा पानी पिलाउंदी है। जदों इन्नी गल कही तो प्यास सारी बुझ गई। सोची पै गया कि जंगल दे विच कोई है ही नहीं सी, ते मेरियां चिड़ियाँ दा इनू किदां पता लगा। सोची पै गई। जदों पानी रोड़ के समाप्त किया तो कहने लगी आओ बाबा जी पानी पीओ। बाबा पानी काहदा पी, बाबे ने फिक्र पै गया। पुछया कि तू क्यों नहीं सी मैनू पानी पिलांदी, भुंजा डोलदी ही, गल की सी। कहने लगी मेरी भैन पति नूं रोटी लैके बाहर गई सी, उहदी झुग्गी नूं पिछे अग लग गई तो मैं बुझा रही सां। जे एक भी लोटे का नागा पै जांदा अग बुझदी नहीं सी। ये गल तू कित्थों पाई है? कहने लगी बाबा जी एको रात विच, पर एक रात का सिर्फ बहाना ही है, कई जन्मां की पिछली कमाई सी जिहड़ी एक रात दे विच प्रगट होई। किस तरह पाई? बाबा जी जदों मैं मकलावे आई ब्याही, सारे साढ़े घर दे सुते सन। मेरे पति ने अवड़वाई पहले पैर ही किते पानी मंगया, मेरे कन्नां 'च आवाज़ पै गई, साढ़े घर दे किसे सुनिया नहीं। मैं शर्माउंदी भी सी, पर मैनू ये भी सोच आई जे मैं पानी नहीं दिता मैनू पाप लगेगा। उन्होंने रंग रतड़ी भी कहते हैं, बीरो बाई भी उसका नाम सी। मैं पानी का छन्ना लैके बाबा जी उन्होंने चरणों वाल खड़ी हो गई। वो फिर सौ गए, मैं नहीं जगाया।
देखो केडी बड़ी तपस्या है। दिन चढ़ गया, चरना दे बल खड़ी रही छना लैके पानी दे। जदों उसने अख खोली, पुछया कादी तू खड़ी है? जी जब तुसी पानी मंगया सी पहले पैर ही। बड़ा अफसोस किया। उत्थे लिखिया भरिया घुट खुल गईयां अखां। जदों उसने पानी का घुट भरिया, उहदी वो अंदरली अख खुल गई, जिहदे नाल लोग परलोक देखना शुरू हो गई। बाबा जी मैनू सारी दुनिया नज़र आ रही है, जो कुछ दुनिया विच हो रहा मैं सब कुछ देख रही हाँ, पर जे मैं दसां तो मैनू लोग शदाई कहन और पत्थर मारन। मैं किसी नू कुछ कहती नहीं। पर एक जन्म दे विच नहीं, एक रात विच नहीं, पिछे कई जन्मां दी कमाई सी जिहड़ी वो कमाई प्रगट होई। पहलां इन्ना ही तुसीं सोचो कि पहले पैर तो लैके सारी रात विच खड़े रहना, ये केड़ी तपस्या हैगी, किड्डी वड्डी तपस्या है। वो अख खुल गई, जिहदे नाल लोग परलोक देखना शुरू हो गए। इस वास्ते कि साढ़े पिछले जन्म जिहड़े है उन्हां दा भी अगे सानू फायदा मिलता है। जे असी चंगा काम कीता है तो सानू अगले जन्म विच चंगा भी उहदा फायदा मिलता है। हाँ जी। ऐसी दशा माहे नित बरते हैं, हम क्यों कर समझाए सके। साध गुरु का कहा न माने, मन मत अपनी ठान ठने। गुरु साहब जी बड़े प्यार दे नाल फरमा रहे हैं कि साध गुरु दा क्या नहीं मनदा, अपनी मन मत, जो भी मन कहंदा है सो असी करदे। मन दे आखे लगदे हैं, सतगुर दे आखे नहीं असी लगदे। जो मन सानू कही जांदा सो असी करी जांदे। असी सतगुर दे कहने ते नहीं चलदे। इस करके सानू दुख भोगना पैंदे है, सजा पाना पैंदी है, 84 भी जाना पैंदा है। 84 दे कुत्ते बिल्ले कीड़े मकोड़े पशु परिंदे भूत प्रेत सानू बनना पैंदा। क्यों बनना पैंदा है कि असी मन दे आखे लगदे, सतगुर दे आखे नहीं लगदे। जिन्हां जिन्हां ने सतगुर दे कहने मुताबिक काम किया है, पिछले इतिहास जिहड़े सबूत दे रहे हैं, आज तक उन्हां दी उपमा हो रही है और यहाँ तक दुनिया रहेगी, उन्हां दी तारीफ होती रहेगी। वो अपने देश चला गया, अपने मालिक ने मिल गए, कह दो समुद्र की बूंद समुद्र चला गई, वो भी समुद्र हो गई। असी उस मालिक के समुद्र चों एक बूंद निखड़े हैं। एक दूसरे नाल मिल के असी फिर उस समुद्र च दाखिल होना है। पर जे साडे विच वो प्यार नहीं, मुहब्बत नहीं, असी वो काम नहीं करते, असी किस तरह वापस उस समुद्र च जावांगे। हाँ जी। साध गुरु का कहा न माने, मन मत अपनी ठान ठने। खर कुकर सम वे नर जानो, बिरथा उदर परे। की साड़ी हालत दसी है संतां ने। खर कुकर, खर कहंदे ने गधे नूं, कुकर कहंदे आ कुत्ते नूं। ये साड़ी हालत संत दस रहे है कि जिहड़ा तू उधर भरदा है, पेट भरदा है, तो वह भी तो पेट भर ही लेंदे है। वह भी तो मैला मूला चुक के अपना पेट भर लेंदे है। तू चंगे खाने खा के पेट भर लिया तो सौ रहा चुप करके, उस ईश्वर का नाम ही नहीं जपिया, देने वाले का ध्यान ही नहीं किया, की फायदा होया। खर कुकर की मिसाल दे दी है कि उन्होंने भी तो अपना पेट भर ही लिया। हाँ जी। खर कुकर सम वे नर जानो,
बिरथा उदर परे जमपुर जाए बहुत पछतावे वहाँ फिर उनकी कौन सुने। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਦ ਤੂੰ ਅੱਗੇ ਜਾਏਗਾ ਭਾਈ, ਜਮਦੂਤਾਂ ਦੇ ਹੱਥ ਆਏਗਾ, ਫਿਰ ਤੇਰੀ ਕੌਣ ਸੁਣੇਗਾ? ਉੱਥੇ ਤੇਰੀ ਇੱਜ਼ਤ ਰਹਿਣੀ ਹੈ, ਤੈਨੂੰ ਮਾਰ ਕੁੱਟ ਹੋਣੀ ਹੈ, ਕੌਣ ਤੇਰੀ ਗੱਲਬਾਤ ਸੁਣੇਗਾ? ਉੱਥੇ ਤੇਰੀ ਕਿਸੇ ਨਹੀਂ ਸੁਣਨੀ। ਤੇਰੇ ਕੋਲੋਂ ਹਿਸਾਬ ਕਿਤਾਬ ਲੈਣਾ ਹੈ, ਕੀ ਕਰਕੇ ਆਇਆ ਹੈ, ਕੀ ਕੰਮ ਕੀਤਾ ਜੇ, ਸਾਡੇ ਕੰਮ ਦੇ ਮੁਤਾਬਕ ਸਾਨੂੰ ਸਜ਼ਾ ਮਿਲਣੀ। ਜੇ ਅਸੀਂ ਅੱਛਾ ਕੰਮ ਕੀਤਾ ਹੈ ਸਾਨੂੰ ਅੱਛਾ ਸਮਾਂ ਮਿਲ ਜਾਏਗਾ, ਜੇ ਮਾੜਾ ਕੀਤਾ ਹੈ ਤੇ ਮਾੜਾ ਮਿਲ ਜਾਏਗਾ। ਉੱਥੇ ਬੇਨਿਆਈ ਨਹੀਂ, ਉੱਥੇ ਨਿਆਂ ਆਏਗਾ। ਹਾਂਜੀ। जमपुर जाए बहुत पछतावे वहाँ फिर उनकी कौन सुने। जन्म जन्म 84 भोगे ये शरीर फिर नाही तरे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਨਮ ਜਨਮ 84 ਭੋਗੇ, ਜੇ ਸਰੀਰ ਇਹ ਤੈਨੂੰ ਨਹੀਂ ਮਿਲੇਗਾ, ਇਹ ਮਨੁੱਖਾ ਜਨਮ ਨਹੀਂ ਮਿਲੇਗਾ, ਤੈਨੂੰ ਜਨਮ ਜਨਮ 84 ਵੀ ਜਾਣਾ ਪਏਗਾ। ਹਰ ਇੱਕ ਜਨਮ ਵਿੱਚ 4 ਖਾਨਾ ਨੇ, ਅੰਡੇ 'ਚ, ਜੇਰ 'ਚ, ਸੇਧ 'ਚ ਔਤ ਪਹੁੰਚ। ਕੁਛ ਜੀਵ ਅੰਡਿਆਂ 'ਚੋਂ ਪੈਦਾ ਹੁੰਦੇ ਹੈ, ਸੱਪ ਠੂੰਗੇ ਅਤੇ ਮੁਰਗੀਆਂ ਅਤੇ ਹੋਰ ਕਈ ਜੀਵ ਪੈਦਾ ਹੁੰਦੇ ਹੈ। ਕੁਛ ਜੀਵ ਜੇਰੇ 'ਚੋਂ ਪੈਦਾ ਹੁੰਦੇ ਹੈ, ਚੂਹੇ, ਛਾਨੇ, ਇਨਸਾਨ ਅਤੇ ਹਵਾਨ ਵਗੈਰਾ, ਅਤੇ ਕੁਛ ਹੋਰ ਵੀ ਕਈ ਜੀਵ ਪੈਦਾ ਹੁੰਦੇ ਹੈ। ਕੁਛ ਜੀਵ ਜਦ ਮੌਸਮ ਆਉਂਦਾ ਹੈ ਗਰਮੀਆਂ ਦਾ ਅਤੇ ਲੱਖਾਂ ਕਰੋੜਾਂ ਜੀਵ ਪੈਦਾ ਹੋ ਜਾਂਦੇ ਹੈ। ਔਰ ਚੌਥੀ ਕਲਾਸ ਜਿਹੜੀ ਹੈ ਉਹ ਘਾਸ ਫੂਸ, ਫਸਲ, ਸਬਜ਼ੀਆਂ ਅਤੇ ਦਰਖਤ ਵਗੈਰਾ। ਇਹ 4 ਖਾਨਾ ਨੇ। 4 ਖਾਨਾ ਦੇ ਵਿੱਚ ਸਾਨੂੰ ਜਾਣਾ ਪੈਂਦਾ ਹੈ। ਕਿਆ ਕਿਸੇ ਖਾਨ ਵਿੱਚ ਸਾਨੂੰ ਸੁੱਖ ਮਿਲ ਜਾਏਗਾ? ਕਿੱਥੇ ਸਾਨੂੰ ਸੁੱਖ ਮਿਲੇਗਾ? ਕਈ ਦਰਖਤ ਐਸੇ ਨੇ, ਕਈਆਂ ਦੀ ਕਿਸੇ ਨੂੰ ਸੰਭਾਲ ਨਹੀਂ ਹੁੰਦੀ, ਕਈ ਵਾਰ ਉਹਦੇ ਡਾਲੇ ਟੁੱਟ ਜਾਂਦੇ ਹੈ, ਕਈ ਵਾਰ ਉਹਨੂੰ ਸੋਕ ਪੈ ਜਾਂਦੀ ਹੈ, ਕਈ ਵਾਰ ਕੁਛ ਹੋ ਜਾਂਦਾ। ਪਸ਼ੂਆਂ ਦੀ ਹਾਲਤ ਕੀ ਹੁੰਦੀ ਹੈ, ਪਰਿੰਦਿਆਂ ਦੀ ਹਾਲਤ ਕੀ ਹੁੰਦੀ ਹੈ, ਕੀੜਿਆਂ ਮਕੌੜਿਆਂ ਦੀ ਰੁੱਡਾਂ 'ਚ ਪਾਣੀ ਪੈ ਜਾਂਦਾ, ਹਜ਼ਾਰਾਂ ਜੀਵ ਰੁੜ ਜਾਂਦੇ ਹੈ, ਮਰ ਜਾਂਦੇ ਹੈ। ਕਿਆ ਸਾਨੂੰ ਸੁੱਖ ਮਿਲੇਗਾ ਕਿਸੇ? ਇਹ ਮਨੁੱਖਾ ਜਨਮ ਜਿਹੜਾ ਹੈ, ਇਹਦੀ ਸੇਵਟੀ ਵਾਸਤੇ ਪਰਮਾਤਮਾ ਨੇ ਹਰ ਇੱਕ ਚੀਜ਼ ਪੈਦਾ ਕੀਤੀ। ਰਹਿਣ ਬਹਿਣ ਦਾ ਹਰ ਇੱਕ ਸਾਧਨ ਹੈ, ਇਹਦੀ ਦੁੱਖ ਬਿਮਾਰੀ ਦਾ ਸਭ ਕੁਝ ਸਾਧਨ ਹੈ, ਭੁੱਖ ਨੰਗ ਦਾ ਸਾਧਨ ਹੈ, ਕੋਈ ਇਸ ਨੂੰ ਕਮੀ ਨਹੀਂ ਹੈ। ਅਸੀਂ ਦੂਸਰੀਆਂ ਜੂਨਾਂ ਵੱਲ ਦੇਖੀਏ ਕਿ ਉਹਨਾਂ ਦੀ ਕੀ ਹਾਲਤ ਹੈ। ਸਰਦੀਆਂ ਦੇ ਵਿੱਚ ਵੀ ਦਰਖਤਾਂ 'ਤੇ ਟੰਗੇ ਹੁੰਦੇ ਹੈ ਜਾਨਵਰ, ਬਾਹਰ ਦੂਸਰੇ ਜਿਹੜੇ ਨੇ ਉਹ ਵੀ ਦੇਖੋ ਕੀ ਹਾਲਤ ਹੈ ਉਹਨਾਂ ਦੀ। ਇਸ ਇਨਸਾਨ ਵਾਸਤੇ ਸਰਦੀ ਗਰਮੀ ਦੇ ਮੌਸਮ ਦਾ ਵੀ ਪਰਮਾਤਮਾ ਨੇ ਇੰਤਜ਼ਾਮ ਕੀਤਾ ਹੈ, ਲੇਕਿਨ ਅਸੀਂ ਇਹਦਾ ਕਦਰ ਨਹੀਂ ਪਾ ਰਹੇ। ਇਹਨਾਂ ਕੁਝ ਹੁੰਦਿਆਂ ਹੋਈ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਨਹੀਂ ਕਰਦੇ ਜਿਸ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਰੋਜ਼ ਦਾ ਰੋਜ਼ ਉੱਠਦੇ ਬਹਿੰਦੇ ਚਲਦੇ ਫਿਰਦੇ ਉਸ ਮਾਲਕ ਦਾ ਸ਼ੁਕਰਾਨਾ ਕਰੀਏ। ਹੈ ਮਾਲਕ, ਤੂੰ ਧੰਨ ਹੈ ਜਿਹਨੇ ਸਾਨੂੰ ਇੰਨਾ ਕੁਛ ਬਖਸ਼ਿਆ ਹੈ, ਅਸੀਂ ਇਸ ਲਾਇਕ ਨਹੀਂ ਹੈਗੇ, ਅਸੀਂ ਕਦੇ ਵੀ ਉਹਦਾ ਸ਼ੁਕਰਾਨਾ ਨਹੀਂ ਕੀਤਾ। ਹਾਂਜੀ। जन्म जन्म 84 भोगे ये शरीर फिर नाही तरे। दुर्लभ देह मिली ये अवसर ऐसी कर जो बात बने।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਦੁਰਲਭ ਦੇ ਮਿਲੀ ਜੇ ਅਵਸਰ, ਐਸੀ ਕਰ ਜੋ ਬਾਤ ਬਣੇ। ਐ ਪੁਰਸ਼, ਇਹ ਤੈਨੂੰ ਜਿਹੜੀ ਦੇਹ ਮਿਲੀ ਹੈ ਬੜੀ ਦੁਰਲਭ ਦੇਹ ਮਿਲੀ ਹੈ, ਬੜੀ ਅੱਛੀ ਮਿਲੀ ਹੈ। ਕੋਈ ਐਸਾ ਕੰਮ ਕਰ ਤੇਰੀ ਬਾਤ ਬਣ ਜਾਏ, ਤੇਰਾ ਜਨਮ ਮਰਨ ਛੁੱਟ ਜਾਏ, ਤੈਨੂੰ ਮੁੜ ਕੇ 84 ਵਿੱਚ ਨਾ ਜਾਣਾ ਪਏ। ਐਸਾ ਕੰਮ ਕਰ ਲੈ। ਉਹ ਕੰਮ ਸਾਨੂੰ ਸੰਤ ਮਹਾਂਪੁਰਖ ਦੱਸ ਸਕਦੇ ਹੈ, ਹੋਰ ਸਾਨੂੰ ਕਿਤੇ ਨਹੀਂ ਮਿਲ ਸਕਦੀ ਉਹ ਸਲਾਹ ਮਸ਼ਵਰਾ। ਤੁਸੀਂ ਕਿਸੇ ਸੋਸਾਇਟੀ ਚਲੇ ਜਾਓ, ਕਿਸੇ ਪਾਰਟੀ 'ਚ ਚਲੇ ਜਾਓ, ਕਿਸੇ ਮਜ਼ਹਬ ਵਿੱਚ ਚਲੇ ਜਾਓ, ਤੁਹਾਨੂੰ ਈਸ਼ਵਰ ਦੀ ਭਗਤੀ ਵਾਸਤੇ ਕੋਈ ਪ੍ਰੇਰਨਾ ਨਹੀਂ ਦੇਗਾ, ਕੋਈ ਵੀ ਜੁਗਤੀ ਨਹੀਂ ਦੱਸੇਗਾ, ਕੋਈ ਵੀ ਨਾ ਕਹੇਗਾ। ਆਪਣੇ ਸਵਾਰਥ ਵਾਸਤੇ ਸਾਰੇ ਤੁਹਾਨੂੰ ਦੱਸਣਗੇ ਸਭ ਕੁਝ, ਲੇਕਿਨ ਤੇਰੇ ਵਾਸਤੇ ਕੋਈ ਨਹੀਂ ਦੱਸੇਗਾ। ਉਹ ਸੰਤ ਮਹਾਂਪੁਰਖ ਦੁਨੀਆ 'ਤੇ ਆਏ ਹੈ ਜਿਹੜੇ ਸਾਡੇ ਨਾਲ ਸਿਰ ਖਪਾਈ ਕਰਦੇ ਹੈ। ਭਾਈ ਆਪਣੇ ਜਨਮ ਦਾ ਫਾਇਦਾ ਲੈ, ਇਹ ਜਨਮ ਬਾਰ ਨਹੀਂ ਮਿਲਣਾ, ਇਹ ਜਨਮ ਚਲਾ ਗਿਆ ਚਲਾ ਗਿਆ। ਫਰੀਦ ਸਾਹਿਬ ਜਿਸ ਤਰ੍ਹਾਂ ਫਰਮਾਉਂਦੇ ਹੈ, ਫਰੀਦਾ ਉੱਠ ਫਰੀਦਾ ਸੁੱਤਿਆ ਤੇਰੀ ਦਾੜੀ ਆਇਆ ਬੂਰ, ਆਗਾ ਨੇੜੇ ਰਹਿ ਗਿਆ ਪੀਛਾ ਰਹਿ ਗਿਆ ਦੂਰ। ਹੈ ਫਰੀਦ ਉੱਠ, ਕਿਉਂ ਸੁੱਤਾ ਹੈ? ਤੂੰ ਪਿਛਲਾ ਪਾਸਾ ਦੇਖ, ਕਿਤਨੀ ਉਮਰ ਤੇਰੀ ਲੰਘ ਗਈ ਹੈ, ਅੱਗੇ ਕੀ ਪਤਾ ਕਿੰਨੀ ਕੁ ਰਹਿ ਗਈ ਹੈ। ਆਗਾ ਨੇੜੇ ਆ ਗਿਆ, ਪੀਛਾ ਦੂਰ ਹੋ ਗਿਆ ਹੈ। ਉੱਠ ਕੰਮ ਕਰ ਲੈ ਕੋਈ। ਹਾਂਜੀ। ਦੁਰਲਭ ਦੇਹ ਮਿਲੀਏ ਅਵਸਰ, ਐਸੀ ਕਰ ਜੋ ਬਾਤ ਬਨੇ। सतगुर शरण पकड़ ले अब की, तो सब काज सरे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਸਤਿਗੁਰ ਸ਼ਰਨ ਲੈ ਤੁਮ ਅਬ ਕਹਿੰਦੇ ਨੇ ਜਲਦੀ ਤੋਂ ਜਲਦੀ, ਜਲਦੀ ਤੋਂ ਜਲਦੀ ਤੂੰ ਸ਼ਰਨ ਲੈ ਲੈ, ਤਾਂ ਕਿ ਤੈਨੂੰ ਕੋਈ ਸਲਾਹ ਮਸ਼ਵਰਾ ਅੱਛਾ ਮਿਲ ਜਾਏ ਔਰ ਤੇਰਾ ਕੰਮ ਬਣ ਜਾਏ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ, ਉਹਨਾਂ ਦੇ ਤਜਰਬੇ ਹੈ ਸੰਤਾਂ ਦੇ, ਲੇਕਿਨ ਅਸੀਂ ਉਸ ਪਾਸੇ ਚੱਲਦੇ ਨਹੀਂ, ਅਸੀਂ ਉਧਰ ਧਿਆਨ ਨਹੀਂ ਦਿੰਦੇ। ਸਿਆਣੇ ਦੀ ਮਿਸਾਲ ਹੈ ਬਜ਼ੁਰਗਾਂ ਦੀ, ਆਮਲੇ ਦੀ ਗੁਲੀ ਦਾ ਅਤੇ ਸਿਆਣੇ ਦੀ ਸਿੱਖਿਆ ਦਾ ਬਾਅਦ ਵਿੱਚ ਸਵਾਦ ਆਉਂਦਾ ਹੈ। ਪਹਿਲਾਂ ਤਾਂ ਕੜਵੀ ਲੱਗਦੀ ਹੈ, ਸਿਆਣੇ ਦੀ ਵੀ ਗੱਲ ਬੜੀ ਕੌੜੀ ਲੱਗਦੀ ਹੈ, ਜੋ ਸਿੱਖਿਆ ਸਿਆਣਾ ਦਿੰਦਾ ਹੈ ਉਹ ਵੀ ਕੌੜੀ ਲੱਗਦੀ ਹੈ, ਪਰ ਬਾਅਦ 'ਚ ਪਤਾ ਲੱਗਦਾ। ਫਿਰ ਇਸ ਵਾਸਤੇ ਸੰਤ ਮਹਾਂਪੁਰਖ ਜੋ ਸਾਨੂੰ ਫਰਮਾ ਰਹੇ ਹੈ ਕਿ ਭਾਈ ਕਿਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਜਾ, ਤਾਂ ਕਿ ਤੈਨੂੰ ਅੱਛੀ ਸਲਾਹ ਮਸ਼ਵਰਾ ਮਿਲ ਜਾਏ, ਤੇਰਾ ਕੋਈ ਕੰਮ ਬਣ ਜਾਏ। ਹਾਂਜੀ। सतगुर शरण पकड़ ले अब की, तो सब काज सरे। हित का बचन दया कर बोले, तू नहीं कान सुने। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਤਿਗੁਰ ਤੇ ਤੇਰੇ ਨਾਲ ਪਿਆਰ ਕਰ ਰਿਹਾ ਹੈ, ਉਹਦੇ ਪਿਆਰ ਨਾਲ ਤੈਨੂੰ ਸਮਝਾ ਰਿਹਾ ਹੈ, ਲੇਕਿਨ ਤੂੰ ਉਧਰ ਕੰਨ ਨਹੀਂ ਕਰਦਾ, ਤੂੰ ਉਹਨਾਂ ਦਾ ਬਚਨ ਸੁਣਦਾ ਹੀ ਨਹੀਂ। ਇੱਕ ਕੰਨ ਸੁਣਦਾ, ਦੂਸਰੇ ਲੰਘਾ ਦੇਣਾ ਹੈ। ਇਹ ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ, ਸਤਿਗੁਰ ਸਤਸੰਗ ਕਿਆ ਕਰੇ ਜੋ ਸਿੱਖਣ ਮੈਂ ਚੂਕ, ਅੰਧੇ ਏਕ ਨਾ ਲੱਗੀ ਜਿਉਂ ਬਾਂਸ ਬਜਾਈ ਫੂਕ। ਸਤਿਗੁਰ ਕੀ ਕਰੇਗਾ, ਸਿੱਖ ਕੀ ਕਰੇਗਾ, ਸਤਸੰਗ ਕੀ ਕਰੇਗਾ, ਜੇ ਇੱਕ ਵੀ ਬਚਨ ਆਪਣੇ ਅੰਦਰ ਨਹੀਂ ਬੈਠਣ ਦੇਣਾ। ਜਿਸ ਤਰ੍ਹਾਂ ਬਾਂਸ ਨੂੰ ਫੂਕ ਮਾਰੋ, ਦੂਸਰੇ ਪਾਸੇ ਲੰਘ ਕੇ, ਇਸੇ ਇਹ ਹਾਲਤ ਸਾਡੀ ਹੋ ਜਾਂਦੀ ਹੈ। ਇੱਕ ਕੰਨ ਅਸੀਂ ਸੁਣਦੇ ਹਾਂ, ਦੂਸਰੇ ਲੰਘਾ ਦਿੰਦੇ, ਆਪਣੇ ਅੰਦਰ ਨਹੀਂ ਬੈਠਣ ਦਿੰਦੇ ਗੱਲ। ਇੱਕ ਲਫ਼ਜ਼ ਵੀ ਸਾਡੇ ਅੰਦਰ ਸੰਤਾਂ ਦੇ ਅੰਦਰ ਬੈਠ ਜਾਏਗਾ ਔਰ ਸਮੇਂ ਪਰ ਉਹਦਾ ਪਤਾ ਲੱਗੇਗਾ ਕਿ ਉਸਦਾ ਫਾਇਦਾ ਕੀ ਹੈਗਾ। ਹਾਂਜੀ। हित का बचन दया कर बोले,
तू नहीं कान सुने। अंधा बहरा फिरे जगत में, कुल कुटुंब तेरी हान करे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ, ਅੰਧਾ ਬੌਰਾ, ਕੰਨਾਂ ਤੂੰ ਬੌਰਾ ਹੋ ਗਿਆ, ਅੱਖਾਂ ਤੂੰ ਅੰਨਾ, ਤੂੰ ਜਗਤ ਵਿੱਚ ਫਿਰ ਰਿਹਾ ਹੈ, ਕੁਲ ਵੀ ਔਰ ਕੁਟੁੰਬ ਵੀ ਤੇਰੀ ਹਾਨ ਕਰ ਰਿਹਾ ਹੈ। ਕੁਲ ਵੀ ਤੇਰੀ ਹਾਨ ਕਰ ਰਿਹਾ ਔਰ ਕੁਟੁੰਬ ਵੀ ਤੇਰੀ ਹਾਨ ਕਰ ਰਿਹਾ। ਤੇਰੇ ਬਾਰੇ ਕੋਈ ਨਹੀਂ ਸੋਚ ਰਿਹਾ ਕਿ ਤੈਨੂੰ ਵੀ ਕਿਤੇ ਸੁੱਖ ਮਿਲੇਗਾ। ਅੱਖਾਂ ਤੂੰ ਅੰਨਾ ਹੋ ਗਿਆ, ਕੰਨਾਂ ਤੂੰ ਬੌਰਾ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਉਂਦੇ ਹੈ, ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੇ ਬੌਰੌਲ ਕਚੌਲਾ। ਇਹ ਜੀਵ ਮਾਇਆ ਧਾਰੀ ਹੋ ਜਾਂਦਾ ਹੈ, ਅੰਨਾ ਤੇ ਬੌਰਾ ਬਣ ਗਿਆ। ਇਹਦੇ ਅੰਦਰ ਉਹ ਸ਼ਬਦ ਆ ਰਿਹਾ, ਕਦੀ ਸ਼ਬਦ ਨੂੰ ਸੁਣਿਆ ਨਹੀਂ। ਇਹਦੇ ਅੰਦਰ ਲੱਖਾਂ ਰੋਸ਼ਨਾਈਆਂ, ਕਦੇ ਇਹਨੇ ਰੋਸ਼ਨੀਆਂ ਦੇਖੀਆਂ ਨਹੀਂ। ਸਭ ਕੁਝ ਇਹਦੇ ਅੰਦਰ ਹੈ, ਲੇਕਿਨ ਕੰਨਾਂ ਤੋਂ ਬੋਲਾ ਔਰ ਅੱਖਾਂ ਤੋਂ ਅੰਨਾ ਹੋ ਗਿਆ। ਹਾਂਜੀ। अंधा बहरा फिरे जगत में, कुल कुटुंब तेरी हान करे। कर सतसंग मान ये कहना, कान आँख फिर दो खुले। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਆਓ ਸਤਸੰਗ ਕਰੋ, ਤੇਰੀਆਂ ਅੱਖਾਂ ਖੁੱਲ੍ਹ ਜਾਣਗੀਆਂ ਔਰ ਕੰਨ ਵੀ ਖੁੱਲ੍ਹ ਜਾਣਗੇ। ਕਿਸੇ ਸਤ ਵਾਲੇ ਮਹਾਂਪੁਰਖਾਂ ਦੀ ਸੰਗਤ ਲਾਓ, ਤੇਰੀਆਂ ਅੱਖਾਂ ਔਰ ਕੰਨ ਖੁੱਲ੍ਹ ਜਾਣਗੇ, ਸਭ ਕੁਝ ਤੈਨੂੰ ਜਾਣਕਾਰੀ ਹੋ ਜਾਏਗੀ। ਪਰ ਜਦ ਤੱਕ ਤੂੰ ਕਿਸੇ ਸਤਸੰਗ ਵਾਲੇ, ਕਿਸੇ ਸਤ ਵਾਲੇ ਮਹਾਂਪੁਰਖਾਂ ਦੀ ਸੰਗਤ ਨਹੀਂ ਲੈਂਦਾ, ਤੈਨੂੰ ਕੋਈ ਫਾਇਦਾ ਨਹੀਂ ਹੁੰਦਾ। ਜਿਨ੍ਹਾਂ ਕਰਮਾਂ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੀ ਅੱਖ ਖੁੱਲ੍ਹ ਜਾਏ, ਕੰਨ ਖੁੱਲ੍ਹ ਜਾਣ, ਉਹ ਖੁੱਲ੍ਹਦੇ ਨਹੀਂ। ਅਸੀਂ ਕੀ ਕਰਮ ਕਰਦੇ ਹਾਂ? ਗੁਰੂ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਆ, ਦਾਨ ਪੁੰਨ ਇਸ਼ਨਾਨ ਅਸੰਜਮ, ਸਾਧ ਸੰਗਤ ਬਿਨ ਬਾਧ ਗਿਆ। ਅਸੀਂ ਇਹ ਕੰਮ ਕਰਦੇ ਹਾਂ ਕਿ ਚਲੋ ਦਾਨ ਪੁੰਨ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਕੋਈ ਸੰਜਮ ਰੱਖ ਲੈਂਦੇ ਹਾਂ ਤਾਂ ਕਿ ਸਾਨੂੰ ਸਮਝ ਆ ਜਾਏ, ਸਾਡੇ ਕਰਮ ਦੂਰ ਹੋ ਜਾਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਸਾਧ ਸੰਗਤ ਬਿਨ ਬਾਧ ਗਿਆ। ਤੈਨੂੰ ਸਾਧੂ ਦੀ ਸੰਗਤ ਚਾਹੀਦੀ ਹੈ। ਸਾਧੂ ਦੀ ਸੰਗਤ ਦੇ ਬਿਨਾਂ ਸਭ ਕੁਝ ਬਰਬਾਦ ਹੈ। ਜਦ ਸਾਧੂ ਦੀ ਸੰਗਤ ਮਿਲੇਗੀ, ਉਹ ਪੁੱਛੇ, ਉਹ ਦੱਸੇਗਾ ਸਾਨੂੰ ਦਾਨ ਕਿਹਨੂੰ ਕਹਿੰਦੇ ਹੈ ਅਤੇ ਕਿਹਨੂੰ ਕਰਨਾ ਚਾਹੀਦਾ ਅਤੇ ਕਿਸ ਦਾਨ ਵਿੱਚ ਤੈਨੂੰ ਫਾਇਦਾ ਹੋਏਗਾ। ਮਾਘ ਦੇ ਮਹੀਨੇ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਆ, ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਇਹ ਸਭਨਾਂ ਨੂੰ ਕਰ ਦਾਨ। ਸਾਧੂਆਂ ਦੀ ਸੰਗਤ ਦੱਸੀ ਹੈ। ਪਹਿਲਾਂ ਤੂੰ ਹਰ ਕਾ ਨਾਮ ਧਿਆ ਤੇ ਸੁਣ, ਫਿਰ ਦਾਨ ਕਰ। ਤੁਲਸੀ ਸਾਹਿਬ ਨੇ ਵੀ ਬਾਣੀ 'ਚ ਫਰਮਾਇਆ ਹੈ, ਤੁਲਸੀ ਜਗਤ ਸਰਾਮ ਹੈ, ਦਉ ਭਲੇ ਹੈ ਕਾਮ, ਦੇਣੀ ਮੁਸ਼ਟੀ ਅੰਨ ਕੀ ਲੈਣੇ ਕੋ ਹਰ ਨਾਮ। ਅਗਰ ਤੂੰ ਦਾਨ ਦੇਣਾ ਹੈ, ਪੱਕਾ ਭੋਜਨ ਖਵਾ ਦੇ, ਕਿਸੇ ਦੀ ਆਤਮਾ ਭੁੱਖੀ ਹੋਏਗੀ, ਖੁਸ਼ ਹੋ ਜਾਏਗੀ। ਅਗਰ ਦਾਨ ਲੈਣਾ ਹੈ ਤੇ ਨਾਮ ਦਾ ਲੈ, ਜਿਹਦੇ ਨਾਲ ਤੇਰੀ ਕਲਿਆਣ ਹੋ ਜਾਏ। ਹਾਂਜੀ। ਕਰ ਸਤਸੰਗ ਮਾਨ ਇਹ ਕਹਿਣਾ, कान आँख फिर दो खुले। देखे घट में ज्योत उजाला, सुने गगन में अजब तूने। फिर तैनू सब कुछ नज़र आ जाएगा। तेरे अंदर वो जोतां जगदियाँ वो भी नज़र आ जाएगियाँ। तेरे अंदर वो शब्द धुन आ रही है वो भी तैनू सुनाई देगी। तेरे अंदर है, बाहरों नहीं आना, सब कुछ अंदर है। पर जिस तरह बदल सूरज के अगे आ जाता है तो सूरज का गैश खत्म हो जाता है, इसी तरह साढ़े कर्म जड़े है कर्मां दे बदल अगे आ जाते। इस करके ना असीं उस धुन नूं सुन सकते हैं,
ना उन्हां रोशनियां नूं असीं देख सकते। जद तक सानू किसी साधु की संगत नहीं मिलती साढ़े वो कर्म नाश नहीं हो सकते। कर्म नाश नहीं होणगे सानू कुछ नज़र नहीं आएगा। हाँ जी। देखे घट में ज्योत उजाला, सुने गगन में अजब तूने, सुन जाए तरबेनी नावे, हीरे मोती लाल चुने। पढ़ दो। महासुन में सुरत चढ़ावे, तब सतगुर तेरे संग चले। पंवर गुफा की बंसी बाजी, महाकाल भी शीस तूने। अब चढ़ गई पुरुष दरबारा, वहाँ जाए तुन बीन गुने। ले दूरबीन चली आगे को, अलख अगम का भेद पाने। यहाँ से आगे चली उमंग से, तब राधा स्वामी चरण मिले। रोज़ ही सानू कहना पैंदा है, वैसे गुस्सा नहीं करना। सोचना है कि दुनिया का सुख असी किस तरह लेना है। ये सुख बाणी च जिहड़ा दस्सिया है ये अगे का सुख है। तो इत्थे जिहड़ा साडा स्थूल शरीर है, इस दुनिया च रहिंदे होए असी सुख किस तरह रह सकते हैं। सुख किसी नूं देंगे तो सुख लैवांगे। सब तो पहला अपने तो बड़े बजुर्गों का आदर मान करना बहुत जरूरी है। अगली अंसा जिहड़ी वो गिज जाती है कि आदर मान करते, असी भी इन्हां दा आदर मान करना। और मनुष्य जन्म का फर्ज भी है, ये सुख का रस्ता है। बाकी कल भी कहा सी कि जिहड़े नशे पत्ते चले है, इन्हां दा जरा परहेज रखो। इन्हां दे नाल बहुत सारे नौजवान पीढ़ी कुछ मौत के शिकार बन चुके हैं। साढ़े देखद्या कुछ बनने वास्ते तैयार, तो कुछ उस रस्ते दे जाण वास्ते तैयार। इहदे तो बचण की भी कोशिश करो। ये जिंदगी बारों बार नहीं मिलनी, ये मिल चुकी है, ये बारों बार नहीं मिलेगी। इस वास्ते इस मनुष्य जामे दे कायम रखण वास्ते, जिस तरह असी किसी मकान के थले बहन वास्ते उसनूं लिपणे पोचते हैं, कायम रखते हैं। की पता किन्ने दिन असी रहना इत्थे इस मकान दे विच। मनुष्य जन्म जिहड़ा कोठा साडा है, इहदे वास्ते सानूं अच्छी सफारत खाने खाने चाहिए है, जिहड़े इसनूं कायम रखण। जिहड़े गलत खाने वो नहीं खाने चाहिए, जिहदे नाल साडे शरीर नूं बीमारियां लग जाण जां तकलीफां असी पाना पैण। उन्हां खाणिਆਂ ਦਾ जरा परहेज रखो। सफारत खाना खाओ, जिहड़ा ये शरीर साडा जिहड़ा कायम रहे। और जितने भी दिन असी दुनिया जो गुजारने हैं साडे सौखे लंघ जाण। ये ना होवे कि असी हस्पतालों दे विच टक्करां खांदे रहीए, मंजियां ते ही रौला पाते रहिए। राधा।